बड़ी सीरीयस गल हो रही है बच्चों बारे कि ਜਦੋਂ ਅਸੀਂ ਬੱਚੇ ਨੂੰ ਮਾਂ-ਬਾਪ ਮੋਬਾਈਲ ਦੇ ਦਿੰਦੇ ਨਾ ਹਾਂਜੀ ਉਹਨਾਂ ਨੂੰ ਇਹ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਉਹਦਾ ਕੀ ਨਤੀਜਾ ਭੁਗਤਣਾ ਪਏਗਾ ਬੱਚੇ ਨੂੰ। ਡਾਕਟਰੀ ਖੋਜਾਂ ਦੱਸਦੀਆਂ ਨੇ ਆਦਿ ਜੀ ਕਿ ਜਿਹੜੇ ਬੱਚੇ ਬਹੁਤ ਛੋਟੀ ਉਮਰ ਦੇ ਵਿੱਚ ਮਾਂ-ਬਾਪ ਆਪਣੇ ਬੱਚੇ ਨੂੰ ਮੋਬਾਈਲ ਦੇ ਦਿੰਦੇ ਨੇ ਨਾ ਉਹਦੀ ਦੁਨੀਆ ਸਾਰੀ ਮੋਬਾਈਲ ਦੇ ਵਿੱਚ ਆ ਜਾਂਦੀ ਹੈ ਬੱਚੇ ਦੀ। ਤੇ ਪਹਿਲਾਂ ਬੜਾ ਬੱਚਾ ਬੋਲਣਾ ਜਿਹੜਾ ਸਿੱਖਦਾ ਨਾ ਉਸ ਨੂੰ ਹੁਣ ਕਈ ਸਾਲ ਲੱਗਦੇ ਨੇ ਬੋਲਣਾ ਸਿੱਖਣ ਵਾਸਤੇ। ਕਿਉਂ? ਕਿਉਂਕਿ ਬੋਲੇ ਕਿਹਦੇ ਨਾਲ? ਜਿਹੜੇ ਮਾਤਾ ਪਿਤਾ ਨੇ ਦਾਦਾ ਦਾਦੀ ਨੇ ਉਹਦੇ ਨਾਲ ਗੱਲਾਂ ਕਰਨੀਆਂ ਸੀ, ਲੋਰੀਆਂ ਸੁਣਾਉਣੀਆਂ ਸੀ, ਬਾਤਾਂ ਸੁਣਾਉਣੀਆਂ ਸੀ, ਹੁੰਗਾਰਾ ਭਰਨਾ ਸੀ, ਉਹ ਤੇ ਮੋਬਾਈਲ ਨੇ ਖਤਮ ਕਰ ਦਿੱਤਾ। ਕਿੰਨੇ ਉਮਰ ਤੱਕ ਬੱਚੇ ਨੂੰ ਫੋਨ ਨਹੀਂ ਦੇਣਾ ਚਾਹੀਦਾ? ਘੱਟੋ ਘੱਟ ਪ੍ਰਾਇਮਰੀ ਲੈਵਲ ਤੱਕ ਦਾ ਜਿਹੜਾ ਬੱਚਾ ਹੈ ਉਸ ਵੇਲੇ ਤੱਕ ਉਸ ਨੂੰ ਕੋਈ ਸਾਂਝ ਨਹੀਂ ਬਣਾਉਣੀ ਚਾਹੀਦੀ ਬੱਚੇ। ਦਾਦੀ ਦੀਆਂ ਬਾਤਾਂ ਵਾਲੀ ਠਗਣੀ ਤੇ ਦਿਓ ਅੱਜ ਕੱਲ ਬਹੁਤ ਮਿਸ ਕਰਦੇ ਨੇ ਜੀ। 1000 ਰਾਤ ਤੱਕ ਚੱਲਣ ਵਾਲੀ ਬਾਤ ਵੀ ਹੈ ਜਿਹੜੀ वो साढ़े इतिहास के सुनाई जाती रही है। मेरे दिल के किसी कोने में एक मासूम सा बच्चा बड़ों की देखकर दुनिया बड़ा होने से डरता है। सुनदी नी तेरी चीची प्यारी नी चिड़िए किथे गईए मार उडारी नी चिड़िए। सत श्री अकाल जी। प्रोग्राम ਸਾਹਿਤਕ ਤੰਦਾਂ ਵਿੱਚ मैं एक बारी फिर हाज़र होया हाँ ਤੇ ਜਿਹੜੀ मैं स्टार्टिंग च गल करी आ कि किथे गईए मार उडारी नी चिड़िए सुनदी नी तेरी ਚੀਂ ਪਿਆਰੀ ਨੀ ਚਿੜੀਏ। ਚਿੜੀਆਂ ਸੱਚੀ ਉੱਡ ਗਈਆਂ ਨੇ, ਕਿੱਥੇ ਗਈਆਂ ਨੇ ਚਿੜੀਆਂ? ਵੈਸੇ ਵੀ ਚਿੜੀਆਂ ਜਿਹੜੀਆਂ ਸੀ ਘਰਾਂ ਦੇ ਵਿੱਚ ਆਪਣੇ ਆਉਂਦੀਆਂ ਸੀ ਚਿੜੀਆਂ ਤਾਂ ਉਹ ਵੀ ਉੱਡ ਗਈਆਂ ਨੇ। ਤੇ ਦੂਜੀਆਂ ਜਿਹੜੀਆਂ ਆਟੇ ਦੀਆਂ ਚਿੜੀਆਂ ਸੀ ਜਿਨ੍ਹਾਂ ਨਾਲ ਨਿੱਕੇ ਨਿਆਣੇ ਖੇਡਦੇ ਹੁੰਦੇ ਸੀ, ਮਾਵਾਂ ਬਣਾ ਕੇ ਦਿੰਦੀਆਂ ਸੀਗੀਆਂ ਖੇਡਣ ਦੇ ਲਈ, ਉਹ ਚਿੜੀਆਂ ਵੀ ਪਤਾ ਨਹੀਂ ਕਿੱਥੇ ਗਈਆਂ, ਅਲੋਪ ਹੋ ਗਈਆਂ ਨੇ। ਉਹ ਚਿੜੀਆਂ ਬੱਚਿਆਂ ਨਾਲ ਬਾਲਾਂ ਨਾਲ ਜੁੜੀਆਂ ਹੋਈਆਂ ਨੇ ਤੇ ਬਾਲ ਸਾਹਿਤਕਾਰ ਅੱਜ ਦਰਮਿਆਨ ਸਾਡੇ ਪਹੁੰਚੇ ਹੋਏ ਨੇ, ਸਾਡੇ ਵਿਹੜੇ ਜਾਨੀ ਕਿ ਜੱਸ ਦੇ ਵਿਹੜੇ ਪਹੁੰਚੇ ਹੋਏ ਨੇ ਸਾਹਿਤਕ ਤੰਦਾਂ ਪ੍ਰੋਗਰਾਮ ਦੇ ਵਿੱਚ। ਮੈਂ ਉਹਨਾਂ ਨਾਲ ਤਾਰੂਫ ਕਰਾਉਣ ਤੋਂ ਪਹਿਲਾਂ, ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਤੋਂ ਪਹਿਲਾਂ ਉਹਨਾਂ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿਆਂ ਕਿ ਉਹਨਾਂ ਨੇ ਹੁਣ ਤੱਕ ਸਾਹਿਤ ਦੀਆਂ ਲਗਭਗ ਬਾਲ ਸਾਹਿਤ ਦੀਆਂ 120 ਕਿਤਾਬਾਂ ਲਿਖੀਆਂ ਨੇ ਜਿਹੜੀਆਂ ਹਿੰਦੁਸਤਾਨ ਦੀ, ਭਾਰਤ ਦੀ ਲਗਭਗ ਹਰ ਇੱਕ ਭਾਸ਼ਾ ਦੇ ਵਿੱਚ ਅਨੁਵਾਦ ਉਹਨਾਂ ਦਾ ਸਾਹਿਤ ਹੋਇਆ ਆ। ਉਸ ਤੋਂ ਬਿਨਾਂ ਉਹਨਾਂ ਨੂੰ ਸਾਹਿਤਿਕ ਕਹਿ ਲਓ ਵੀ ਸਾਹਿਤ ਦੇ ਖੇਤਰ ਦੇ ਵੱਡੇ ਵੱਡੇ ਨਾਮ, ਮਾਣ ਸਨਮਾਨ ਵੀ ਮਿਲੇ ਹੋਏ ਨੇ। ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਦਾ ਅਵਾਰਡ ਹੋ ਗਿਆ, ਸਾਹਿਤ ਅਕੈਡਮੀ ਅਵਾਰਡ ਹੋ ਗਿਆ, ਪਾਕਿਸਤਾਨ ਤੋਂ ਵੀ ਉਹਨਾਂ ਨੂੰ ਅਵਾਰਡ ਮਿਲਿਆ, ਉੱਥੇ ਵੀ 4 ਕਿਤਾਬਾਂ ਉਹਨਾਂ ਦੀਆਂ ਸ਼ਾਹਮੁਖੀ ਵਿੱਚ ਛਪੀਆਂ ਨੇ। ਇਸ ਤੋਂ ਇਲਾਵਾ ਉਹਨਾਂ ਦੇ ਕੰਮ ਦੇ ਉੱਤੇ PhD ਵੀ ਹੋਈ ਆ, ਉਹਨਾਂ ਦੇ ਉੱਪਰ ਵੀ ਕਿਤਾਬਾਂ ਲਿਖੀਆਂ ਗਈਆਂ ਨੇ। ਸੋ ਉਹਨਾਂ ਦਾ ਜਿਹੜਾ ਪਿੰਡ ਉਹਨਾਂ ਦਾ ਹੈਗਾ ਸਮਾਣਾ ਤੇ ਪਾਤੜਾਂ ਦੇ ਵਿਚਾਲੇ ਪੈਂਦਾ ਬਰਾਸ ਪਿੰਡ। 40 ਕਿਲੋਮੀਟਰ ਦੂਰ, 40 ਕਿਲੋਮੀਟਰ ਦੀ ਵਿੱਥ ਸਮਾਣੇ ਤੋਂ ਆ ਤੇ 15 ਕਿਲੋਮੀਟਰ ਪਾਤੜਾਂ ਤੋਂ ਵਿਚਾਲੇ ਜੇ ਪੈਂਦਾ ਪਿੰਡ ਬਰਾਸ। ਸੋ ਉੱਥੋਂ ਦੇ ਜੰਪਲ ਨੇ ਸਾਡੇ ਦਰਮਿਆਨ ਅੱਜ ਸਾਹਿਤ ਦੇ ਖੇਤਰ ਵਿੱਚ, ਸਾਹਿਤ ਦੇ ਵਿਹੜੇ ਹਾਜ਼ਰੀ ਲਵਾਉਣ ਆਏ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ ਸਰਦਾਰ ਦਰਸ਼ਨ ਸਿੰਘ, ਡਾਕਟਰ ਦਰਸ਼ਨ ਸਿੰਘ ਆਸ਼ਟ ਜੀ। ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਸਾਹਿਤਕ ਤੰਦਾਂ 'ਚ। ਸ਼ੁਕਰੀਆ ਅਦਵਿਤ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਦਰਸ਼ਨ ਸਿੰਘ ਆਸ਼ਟ ਜੀ। ਮੈਂ ਤੁਹਾਡੇ ਬਾਰੇ ਦੱਸਦਾ, ਤੁਸੀਂ ਡਾਕਟਰ ਵੀ ਲੱਗਦਾ ਨਾ ਅੱਗੇ ਕਿਉਂਕਿ PhD ਵੀ ਕੀਤੀ ਹੋਈ ਆ ਪੰਜਾਬੀ 'ਚ, ਉਰਦੂ ਦੀ MA, ਪੰਜਾਬੀ ਦੀ MA ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਆ। ਪਟਿਆਲਾ ਵਿਖੇ ਹੀ ਆਪਣੀਆਂ ਕਹਿ ਲਓ ਵੀ ਸੇਵਾਵਾਂ ਨਿਭਾ ਰਹੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ। ਤੇ ਸਰ ਇਹ ਚੀਜ਼ਾਂ ਤਾਂ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਸੀਗੀਆਂ, ਕਿਤਾਬਾਂ ਤੋਂ ਲੈ ਕੇ, ਸਾਹਿਤ ਤੋਂ ਲੈ ਕੇ, ਤੁਹਾਡੇ ਕੀਤੇ ਕਾਰਜ ਕੰਮਾਂ ਤੋਂ ਲੈ ਕੇ, ਮੈਂ ਸਾਰੀਆਂ ਦੱਸਤੀਆਂ ਹੈ ਨਾ ਜੀ। ਇਹਦੇ ਤੋਂ ਬਿਨਾਂ ਮੈਂ ਪੁੱਛਣਾ ਚਾਹੁੰਦਾ ਜਿਹੜਾ ਮੇਰਾ ਅਕਸਰ ਸਵਾਲ ਪੁੱਛਦਾ ਜੀ, ਦਰਸ਼ਨ ਸਿੰਘ ਆਸ਼ਟ ਕੌਣ ਆ? ਆਪਣੇ ਮੂੰਹੋਂ ਦੱਸੋ। ਅਦਵਿਤ ਜੀ, ਜਿਵੇਂ ਬੁੱਲੇ ਸ਼ਾਹ ਦਾ ਕੌਲ ਹੈ ਕਿ ਬੁੱਲਾ ਕੀ ਜਾਣਾ ਮੈਂ ਕੌਣ, ਮੈਨੂੰ ਖੁਦ ਨਹੀਂ ਪਤਾ ਕਿ ਮੈਂ ਕੌਣ ਹਾਂ। ਇੱਕ ਪੰਜ ਭੂਤਕ ਸਰੀਰ ਦੇ ਤੌਰ ਤੇ ਇਹਨਾਂ ਨੂੰ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਇੱਕ ਮਿੱਟੀ ਦਾ ਕਿਣਕਾ ਮਾਤਰ ਇਹ ਜੋ ਹੈ ਸ਼ਖਸ ਤੁਹਾਡੇ ਸਾਹਮਣੇ ਹੈ ਤੇ ਮੇਰੀ ਆਪਣੇ ਆਪ ਦੇ ਵਿੱਚ ਕੋਈ ਹਸਤੀ ਨਹੀਂ ਹੈ, ਮੇਰਾ ਕੋਈ ਵਜੂਦ ਨਹੀਂ ਹੈ ਜੀ। ਇਹ ਤੁਹਾਡਾ ਬੜਪਣ ਹੈ ਜਿਹੜਾ ਤੁਸੀਂ ਕਹਿ ਰਹੇ ਹੋ, ਪਰ ਤੁਹਾਨੂੰ ਤੁਸੀਂ ਕਿਹਾ ਵੀ ਮੈਨੂੰ ਤਾਂ ਆਪਣੇ ਬਾਰੇ ਨਹੀਂ ਪਤਾ, ਪਰ ਤੁਹਾਨੂੰ ਇਹਦੇ ਬਾਰੇ ਕਿਵੇਂ ਪਤਾ ਲੱਗਿਆ ਵੀ ਤੁਸੀਂ ਬਾਲ ਸਾਹਿਤ ਹੀ ਲਿਖਣਾ? ਇਹਦੇ ਬਾਰੇ ਕਿਵੇਂ ਪਤਾ ਲੱਗਿਆ? ਬਾਲ ਸਾਹਿਤ ਜਦੋਂ ਮੈਂ ਲਿਖਣ ਲੱਗਿਆ ਜੀ ਤਾਂ ਮੈਂ ਮਹਿਸੂਸ ਕੀਤਾ ਕਿਉਂਕਿ ਮੇਰੇ ਮਾਤਾ ਜੀ ਸੁਰਜੀਤ ਕੌਰ ਜੀ, ਉਹਨਾਂ ਕੋਲ ਮੈਂ ਨਾ ਬਚਪਨ ਦੇ ਵਿੱਚ ਕਹਾਣੀਆਂ ਸੁਣਦਾ ਹੁੰਦਾ ਸੀ ਜੀ। ਬੜੀਆਂ ਦਿਲਚਸਪ ਕਹਾਣੀਆਂ ਸੀ, ਰਾਜਾਂ ਦੀਆਂ, ਰਾਣੀਆਂ ਦੀਆਂ, ਭੂਤਾਂ ਪ੍ਰੇਤਾਂ ਦੀਆਂ, ਪਰੀਆਂ ਦੀਆਂ, ਜਾਦੂਗਰਾਂ ਦੀਆਂ ਕਹਾਣੀਆਂ। ਉਹ ਸੁਣਦੇ ਫਿਰ ਮੇਰੇ ਮਨ ਦੇ ਵਿੱਚ ਵੀ
ਇੱਕ ਖਿੱਚ ਸੀ ਜਿਹੜੀ ਬਾਲ ਸਾਹਿਤ ਪ੍ਰਤੀ, ਜੀ ਉਹ ਮੇਰੇ ਮਨ 'ਚ ਪੈਦਾ ਹੋਈ ਕਿ ਇੰਨਾ ਸਵਾਦਲਾ, ਇੰਨਾ ਦਿਲਚਸਪ ਜਿਹੜਾ ਹੈ ਇਹ ਕਹਾਣੀਆਂ, ਇਹ ਜਿਹੜੀਆਂ ਬਾਤਾਂ ਨੇ, ਇਹਨਾਂ 'ਚ ਕਿੰਨਾ ਰਸ ਭਰਿਆ ਹੋਇਆ ਹੈ। ਬਿਲਕੁਲ। ਤਾਂ ਫਿਰ ਮੇਰਾ ਹੌਲੀ ਹੌਲੀ ਜਿਹੜਾ ਝੁਕਾਅ ਸੀ ਇਹ ਫਿਰ ਮੇਰਾ ਬਾਲ ਸਾਹਿਤ ਵਾਲੇ ਪਾਸੇ ਹੁੰਦਾ ਗਿਆ। ਫਿਰ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਭੁਪਿੰਦਰ ਸਿੰਘ ਆਸਟ ਜਦੋਂ ਉਹ ਘੱਗੇ ਸਕੂਲ ਚੋਂ ਪੜ੍ਹ ਕੇ ਆਉਂਦੇ ਸੀ ਪਿੰਡ, ਜੀ ਤਾਂ ਉਹ ਬੱਚਿਆਂ ਦੇ ਰਸਾਲੇ ਲੈ ਕੇ ਆਉਂਦੇ ਸੀ ਨਾਲ, ਜਿਹਦੇ ਵਿੱਚ ਨੰਦਨ ਸੀ, ਚੰਦਾ ਮਾਮਾ ਸੀ, ਬਾਲ ਭਾਰਤੀ ਸੀ, ਬਾਲ ਸੰਦੇਸ਼, ਇਸ ਤਰ੍ਹਾਂ ਦੇ ਰਸਾਲਿਆਂ ਨੂੰ ਪੜ੍ਹਦਿਆਂ ਮੇਰੀ ਇੱਕ ਦਿਲਚਸਪੀ ਸੀ ਜਿਹੜੀ ਬਾਲ ਸਾਹਿਤ ਵਾਲੇ ਪਾਸੇ ਹੋਣੀ ਸ਼ੁਰੂ ਹੋ ਗਈ। ਬਿਲਕੁਲ। ਤੇ ਉਹਨਾਂ ਵਿੱਚ ਦੀਆਂ ਕਹਾਣੀਆਂ, ਕਵਿਤਾਵਾਂ ਪੜ੍ਹ ਕੇ ਮੇਰੇ ਮਨ ਦੇ ਵਿੱਚ ਵੀ ਫੁਰਨਾ ਫੁਰਿਆ ਕਿ ਮੈਂ ਇਸ ਤਰ੍ਹਾਂ ਦੀਆਂ ਕਹਾਣੀਆਂ ਕਿਉਂ ਨਹੀਂ ਲਿਖ ਸਕਦਾ। ਜੀ। ਤੇ ਫਿਰ ਮੈਂ ਹੌਲੀ ਹੌਲੀ ਬੱਚਿਆਂ ਲਈ ਕਹਾਣੀਆਂ, ਕਵਿਤਾਵਾਂ, ਚੁਟਕਲੇ, ਬੁਝਾਰਤਾਂ ਇਧਰਲੇ ਪਾਸੇ ਤੁਸੀਂ ਪਹਿਲੀ ਵਾਰੀ ਤੁਹਾਡੀ ਕੋਈ ਰਚਨਾ ਕਦੋਂ ਛਪੀ ਜਾਂ ਕਦੋਂ ਤੁਸੀਂ ਲਿਖੀ ਪਹਿਲੀ ਚੀਜ਼? ਅਦਬ ਜੀ, ਮੈਂ ਉਦੋਂ 8ਵੀਂ ਜਮਾਤ ਵਿੱਚ ਪੜ੍ਹਦਾ ਸੀ ਜੀ। ਜਦੋਂ ਮੈਂ ਬੱਚਿਆਂ ਲਈ ਪਹਿਲਾਂ ਨਿੱਕੀਆਂ ਚੁਟਕਲੇ, ਬੁਝਾਰਤਾਂ ਲਿਖੇ। ਉਸ ਤੋਂ ਬਾਅਦ ਮੈਂ ਇੱਕ ਕਵਿਤਾ ਲਿਖੀ ਸੀ, ਮੇਰੀ ਫੁੱਲ ਕਿਆਰੀ। ਜੀ। ਇਹ ਉਸ ਵੇਲੇ ਬਾਲ ਸੰਦੇਸ਼ ਰਸਾਲਾ ਛਪਦਾ ਹੁੰਦਾ ਸੀ ਪ੍ਰੀਤਨਗਰ ਤੋਂ। ਜੀ। ਗੁਰਬਖਸ਼ ਸਿੰਘ ਪ੍ਰੀਤਲੜੀ ਇਸ ਨੂੰ ਉਦੋਂ ਸੰਪਾਦਿਤ ਕਰਦੇ ਸੀ। ਉਹਨਾਂ ਦੇ ਸਪੁੱਤਰ ਸਰਦਾਰ ਹਿਰਦੇਪਾਲ ਸਿੰਘ ਹੁੰਦੇ ਸੀ, ਇਹ ਉਹਨਾਂ ਦੇ ਇਹ ਸੰਪਾਦਿਤ ਕਰਦੇ ਸੀ। ਮੈਂ ਉਹਨਾਂ ਨੂੰ ਜਦੋਂ ਇਹ ਕਵਿਤਾ ਭੇਜੀ ਤਾਂ ਉਹਨਾਂ ਨੇ ਉਹ ਛਾਪੀ ਨਾ। ਫਿਰ ਮੈਂ ਸੋਚਿਆ ਕਿ ਹੋ ਸਕਦਾ ਹੈ ਉਹਨਾਂ ਨੂੰ ਨਾ ਮਿਲੀ ਹੋਵੇ। ਬਿਲਕੁਲ। ਤੇ ਫਿਰ ਮੈਂ ਇੱਕ ਹੋਰ ਕਵਿਤਾ, ਮੇਰੀ ਫੁੱਲ ਕਿਆਰੀ, ਹਾਂਜੀ, ਇਹ ਉਹਨਾਂ ਨੂੰ ਮੈਂ ਲਿਖ ਕੇ ਭੇਜੀ, ਪਹਿਲਾਂ ਬਸੰਤ ਰੁੱਤ ਤੇ ਫਿਰ ਮੇਰੀ ਫੁੱਲ ਕਿਆਰੀ। ਔਰ ਅਦਬ ਜੀ, ਮੈਨੂੰ ਬੜੀ ਖੁਸ਼ੀ ਹੋਈ ਉਦੋਂ ਜਦੋਂ ਮੈਂ ਵਿਦਿਆਰਥੀ ਸੀ ਤੇ ਇੱਕ ਦਿਨ ਮੈਂ ਜਦੋਂ ਬਾਲ ਸੰਦੇਸ਼ ਆਇਆ, ਉਹ ਦੋਨੋਂ ਕਵਿਤਾਵਾਂ ਉਸ ਬਾਲ ਸੰਦੇਸ਼ ਦੇ ਵਿੱਚ ਛਪੀਆਂ ਹੋਈਆਂ ਸੀ, ਇਹ ਮੇਰੀਆਂ ਇਕੱਠੀਆਂ ਛਪੀਆਂ ਹੋਈਆਂ ਸੀ। ਔਰ ਜੋ ਉਸ ਵੇਲੇ ਮੈਨੂੰ ਖੁਸ਼ੀ ਹੋਈ ਤਾਂ ਉਹਦਾ ਮੈਂ ਅੰਦਾਜ਼ਾ ਨਹੀਂ ਲਾ ਸਕਦਾ। ਟਿਕਾਣਾ ਕੋਈ ਨਹੀਂ ਉਸ ਚੀਜ਼ ਦਾ। ਜਦੋਂ ਪਹਿਲੀ ਚੀਜ਼ ਕੋਈ ਆਪਣੀ ਲਿਖੀ ਹੋਈ ਚੀਜ਼ ਆਪਾਂ ਵੇਖਦੇ ਹਾਂ ਕਿਤੇ ਛਪੀ ਹੋਈ ਤਾਂ ਉਹਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਖੁਸ਼ੀ ਦਾ। ਦਰਸ਼ਨ ਜੀ, ਗੱਲ ਜੇ ਮੈਂ ਕਰਾਂ ਜੀ, ਕਦੋਂ ਦੀ ਗੱਲ ਤਾਂ ਹੋ ਗਈ ਵੀ ਕਦੋਂ ਤੁਹਾਨੂੰ ਚਿਟਕ ਲੱਗੀ ਲਿਖਣ ਦੀ ਵੀ, ਹੈ ਨਾ? ਬਾਲ ਸਾਹਿਤ ਤੁਸੀਂ ਜ਼ਿੰਮੇਵਾਰੀ ਨੂੰ ਸਮਝਿਆ ਵੀ ਮੈਂ ਲਿਖਣੀ ਚਾਹੀਦੀ ਆ, ਪਰ ਬਾਲ ਸਾਹਿਤ ਹੀ ਕਿਉਂ ਚੁਣਿਆ ਤੁਸੀਂ ਲਿਖਣ ਲਈ? ਬਾਲ ਸਾਹਿਤ ਮੈਂ ਇਸ ਕਰਕੇ ਚੁਣਿਆ ਕਿਉਂਕਿ ਮੈਂ ਉਸ ਵੇਲੇ ਸਕੂਲ ਦੇ ਵਿੱਚ ਪੜ੍ਹਨ ਲੱਗਿਆ ਸੀ, ਘੱਗੇ ਸਕੂਲ ਦੇ ਵਿੱਚ। ਔਰ ਥੋੜੀ ਜਿਹੀ ਸੋਝੀ ਮੈਂ ਜਦੋਂ ਸੰਭਾਲੀ ਤਾਂ ਮੈਂ ਦੇਖਿਆ ਕਿ ਸਾਡੇ ਪੰਜਾਬੀ ਬੱਚਿਆਂ ਵਾਸਤੇ ਤੇ ਬਾਲ ਸਾਹਿਤ ਬਹੁਤ ਘੱਟ ਲਿਖਿਆ ਹੋਇਆ ਹੈ ਜੀ। ਜਦੋਂ ਕਿ ਹਿੰਦੀ ਭਾਸ਼ਾ ਦੇ ਵਿੱਚ ਔਰ ਰੂਸੀ ਭਾਸ਼ਾ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਰੂਸੀ ਬਾਲ ਸਾਹਿਤ ਆਉਂਦਾ ਹੁੰਦਾ ਸੀਗਾ। ਬੜੀਆਂ ਦਿਲਚਸਪ ਕਿਤਾਬਾਂ, ਬੜੇ ਦਿਲਚਸਪ ਸੀ ਜਿਹੜੇ ਰਸਾਲੇ। ਮੈਂ ਸੋਚਿਆ ਕਿ ਜੇਕਰ ਦੂਜੀਆਂ ਭਾਸ਼ਾਵਾਂ ਦੇ ਵਿੱਚ ਇੰਨਾ ਅੱਛਾ ਲਿਖਿਆ ਹੋਇਆ ਬਾਲ ਸਾਹਿਤ ਤਾਂ ਪੰਜਾਬੀ ਦੇ ਵਿੱਚ ਕਿਉਂ ਨਹੀਂ ਹੈ। ਤੇ ਮੈਂ ਫੈਸਲਾ ਕੀਤਾ ਉਸ ਵੇਲੇ ਕਿ ਮੈਂ ਜੇਕਰ ਲਿਖਾਂਗਾ ਤਾਂ ਮੈਂ ਕੇਵਲ ਬੱਚਿਆਂ ਵਾਸਤੇ ਹੀ ਲਿਖਾਂਗਾ ਤੇ ਮੈਂ ਬਾਲ ਸਾਹਿਤ ਦਾ ਜਿਹੜਾ ਲੇਖਕ ਹੈ ਉਹ ਵਧੇਰੇ ਖਵਾਉਣਾ ਪਸੰਦ ਕਰਾਂਗੇ ਜੀ। ਵਜ੍ਹਾ ਕੀ ਸੀ ਕਿ ਪੰਜਾਬੀ ਦੇ ਵਿੱਚ ਬਾਲ ਸਾਹਿਤ ਨਹੀਂ ਲਿਖਿਆ ਗਿਆ? ਉਹਦੀ ਵਜ੍ਹਾ ਜੀ, ਉਹਦੀ ਵਜ੍ਹਾ ਇਹ ਸੀ ਆਦਵ ਜੀ ਕਿ ਜਿਹੜੇ ਸਾਡੇ ਪ੍ਰੌੜ ਸਾਹਿਤਕਾਰ ਸੀ, ਵੱਡੇ ਸਥਾਪਿਤ ਰਾਈਟਰ ਨੇ ਜਿਹੜੇ ਸਾਡੇ, ਉਹ ਬਾਲ ਸਾਹਿਤ ਨੂੰ ਚਿਮਟੇ ਨਾਲ ਵੀ ਚੁੱਕਣ ਲਈ ਤਿਆਰ ਨਹੀਂ। ਉਹਦਾ ਕਾਰਨ ਇਹ ਹੈ ਕਿ ਉਹ ਸਮਝਦੇ ਨੇ ਕਿ ਜੇ ਅਸੀਂ ਬੱਚਿਆਂ ਵਾਸਤੇ ਲਿਖਣ ਲੱਗੇ ਸ਼ਾਇਦ ਸਾਡੇ ਤੇ ਲੇਬਲ ਲੱਗ ਜਾਏਗਾ ਕਿ ਇਹ ਤੇ ਬੱਚਿਆਂ ਵਾਸਤੇ ਲਿਖਦਾ ਹੈ, ਇਹ ਤੇ ਬੱਚਿਆਂ ਵਾਸਤੇ ਲਿਖਦਾ ਹੈ, ਇਹ ਕੋਈ ਲੇਖਕ ਥੋੜਾ ਹੈ। ਲੇਕਿਨ ਤੁਸੀਂ ਦੇਖੋ ਕਿ ਸਾਡਾ ਇਤਿਹਾਸ ਹੈ ਜਿਹੜਾ ਇਸ ਗੱਲ ਦਾ ਗਵਾਹ ਹੈ ਕਿ ਤੁਸੀਂ ਵੱਡੇ ਜਿਹੜੇ ਸਾਹਿਤਕਾਰ ਹੋਏ ਨੇ ਦੁਨੀਆ ਦੇ, ਉਹਨਾਂ ਨੇ ਆਪਣੀ ਸ਼ੁਰੂਆਤ ਬਾਲ ਸਾਹਿਤ ਤੋਂ ਹੀ ਸ਼ੁਰੂ ਕੀਤੀ ਹੈ ਜੀ। ਔਰ ਜਦੋਂ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਬੱਚਿਆਂ ਨੂੰ ਚੰਗਾ ਸਾਹਿਤ ਨਹੀਂ ਦੇਵਾਂਗੇ ਤਾਂ ਅਸੀਂ ਫਿਰ ਆਪਣੇ ਬੱਚਿਆਂ ਲਈ ਕੀ ਲਿਖਾਂਗੇ। ਉਸ ਕਰਕੇ ਜਿਵੇਂ ਕਿਹਾ ਜਾਂਦਾ ਹੈ ਕਿ ਜਿਹੜਾ ਸਾਡਾ ਸਮਾਜ ਹੈ ਉਹਦੀ ਬੁਨਿਆਦ ਕੀ ਹੈ? ਮਨੁੱਖ ਹੈ। ਔਰ ਜੇਕਰ ਕਹੀਏ ਕਿ ਮਨੁੱਖੀ ਸਮਾਜ ਦੀ ਬੁਨਿਆਦ ਬੱਚਾ ਹੋ ਗਿਆ, ਉਸੇ ਤਰ੍ਹਾਂ ਜਿਹੜਾ ਸਾਡਾ ਪ੍ਰੌੜ ਸਾਹਿਤ ਹੈ, ਵੱਡਿਆਂ ਦਾ ਜੋ ਸਾਹਿਤ ਹੈ, ਉਹਦੀ ਬੁਨਿਆਦ ਬਾਲ ਸਾਹਿਤ ਹੋ ਗਈ ਹੈ। ਸੋ ਜਿੰਨੀ ਬਾਲ ਸਾਹਿਤ ਦੀ ਬੁਨਿਆਦ ਪੱਕੀ ਹੋਏਗੀ, ਜਿੰਨੀ ਇਹਦੀ ਨੀਂਹ ਪੱਕੀ ਹੋਏਗੀ, ਉਹਨਾਂ ਤੁਹਾਡਾ ਸਾਹਿਤ ਹੈ ਜਿਹੜਾ ਉਹ ਮਜ਼ਬੂਤ ਹੋਏਗਾ। ਜਿੰਨੀ ਤੁਹਾਡੀ ਬੱਚਿਆਂ ਦੀ ਪਰਵਰਿਸ਼ ਹੋਏਗੀ, ਚੰਗੀ ਰਖਵਾਲੀ ਹੋਏਗੀ, ਉਹਨਾਂ ਤੁਹਾਡਾ ਮਨੁੱਖੀ ਸਮਾਜ ਹੈ ਜਿਹੜਾ ਉਹ ਹੋਰ ਬੁਲੰਦੀ ਤੇ ਜਾਏਗਾ, ਉਹ ਹੋਰ ਮਜ਼ਬੂਤ ਹੋਏਗਾ। ਬਿਲਕੁਲ ਜੀ, ਬਹੁਤ ਵਧੀਆ ਪਿਆਰੀਆਂ ਗੱਲਾਂ ਹੋ ਰਹੀਆਂ ਦਰਸ਼ਨ ਜੀ। ਪਰ ਸਰ, ਇਹ ਜਿਹੜਾ ਆਸ਼ਟ ਆ ਇਹ ਤੁਹਾਡਾ ਤਖੱਲਸ ਆ? ਜੀ, ਇਹ ਮੇਰਾ ਗੋਤ ਹੈ ਅਦਬ ਜੀ। ਅੱਛਾ। ਔਰ ਜਿਵੇਂ ਅਸ਼ਟ ਧਾਤੂ ਹੁੰਦੀਆਂ ਨੇ ਨਾ, 8 ਧਾਤੂਆਂ ਹੁੰਦੀਆਂ ਨੇ, ਕਿਉਂਕਿ ਮੇਰੇ ਪਿਤਾ ਜੀ ਗਹਿਣੇ ਬਣਾਉਣ ਦਾ ਕੰਮ ਕਰਦੇ ਸੀ ਜੀ। ਔਰ ਸਾਡਾ ਸਬੰਧ ਸੀ ਜਿਹੜਾ ਧਾਤੂਆਂ ਦੇ ਨਾਲ, ਜਿਵੇਂ ਸੋਨਾ, ਚਾਂਦੀ, ਪਿੱਤਲ, ਤਾਂਬਾ, ਸਾਰੀਆਂ ਜਿਹੜੀਆਂ ਧਾਤੂਆਂ ਨੇ, ਜਿਵੇਂ ਅਸ਼ਟ ਧਾਤੂ ਹੈ। ਅਸ਼ਟ ਤੋਂ ਇਹ ਸ਼ਬਦ ਸਮਝੋ ਕਿ ਇੱਕ ਤਰ੍ਹਾਂ ਦਾ ਤਬਦੀਲ ਹੁੰਦਾ ਇਹ ਆਸ਼ਟ ਬਣ ਗਿਆ।
ਸੋ ਆਸਟ ਮੇਰਾ ਜਿਹੜਾ ਤਖੱਲਸ ਨਹੀਂ, ਇਹ ਮੇਰਾ ਗੋਤ ਹੈ ਜੀ। ਮੈਨੂੰ ਥੋੜਾ ਜਿਹਾ ਭੁਲੇਖਾ ਸੀ, ਮੈਂ ਚੱਲ ਮੈਂ ਪੁੱਛ ਹੀ ਲਵਾਂ, ਜਿਹੜੀ ਗੱਲ ਦਿਲ 'ਚ ਹੋਵੇ ਨਾ ਪੁੱਛ ਲੈਣੀ ਚਾਹੀਦੀ ਆ। ਅੱਛਾ, ਜੇ ਆਪਾਂ ਗੱਲ ਕਰੀਏ ਇਹਦੀ ਸਾਹਿਤ ਦੀ, ਬਾਲ ਸਾਹਿਤ ਦੀ, ਤੇ ਬਾਲ ਸਾਹਿਤ ਦੇ ਵਿੱਚ ਕਿਹੜੀਆਂ ਚੀਜ਼ਾਂ ਲਿਖੀਆਂ? ਜਿਵੇਂ ਵੈਸੇ ਕਹਾਣੀ, ਕਵਿਤਾ, ਗੀਤ ਹੁੰਦੇ ਆ, ਤੁਸੀਂ ਕੀ ਲਿਖਦੇ ਹੋ ਬਾਲ ਸਾਹਿਤ? ਮੈਂ ਬੱਚਿਆਂ ਵਾਸਤੇ ਕਹਾਣੀ, ਕਵਿਤਾ, ਨਾਟਕ, ਇਕਾਂਗੀ, ਚੁਟਕਲੇ, ਬੁਝਾਰਤਾਂ, ਲਗਭਗ ਆਦਿ ਜੀ ਮੈਂ ਸਾਰੀ ਵਿਧਾ ਜਿਹੜੀ ਹੈ ਉਹ ਮੈਂ ਆਪਣੇ ਬਾਲ ਸਾਹਿਤ ਦੇ ਵਿੱਚ ਲਿਖੀ ਹੈ। ਔਰ ਕਈ ਵਾਰ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਬੱਚੇ ਲਈ ਨਾਵਲ, ਕੋਈ ਕਹਾਣੀ ਲਿਖਣਾ ਚਾਹੁੰਦੇ ਹੋ, ਔਰ ਤੁਹਾਨੂੰ ਪਤਾ ਲੱਗਦਾ ਕਿ ਮੈਂ ਜੋ ਬੱਚੇ ਲਈ ਲਿਖਣਾ ਚਾਹੁੰਦਾ ਹੈ ਇਹ ਕਹਾਣੀ ਦੇ ਵਿੱਚ ਸਮੋ ਨਹੀਂ ਰਿਹਾ ਮੇਰਾ ਵਿਸ਼ਾ, ਫਿਰ ਉਹ ਜਿਹੜੇ ਹੈ ਉਹ ਨਾਵਲ ਦਾ ਰੂਪ ਧਾਰਨ ਕਰ ਲੈਂਦਾ ਹੈ। ਕਈ ਵਾਰ ਮੈਂ ਸੋਚਦਾ ਕਿ ਨਾਵਲ ਲਿਖਿਆ ਜਾਵੇ, ਲੇਕਿਨ ਫਿਰ ਮੈਂ ਮਹਿਸੂਸ ਕਰਦਾ ਨਹੀਂ, ਇਹਨੂੰ ਸੰਖੇਪ ਕਰਕੇ ਇੱਕ ਸੋਹਣੀ ਕਹਾਣੀ ਬਣਾਈ ਜਾ ਸਕਦੀ ਹੈ ਜੀ। ਔਰ ਕਈ ਵਾਰ ਮੈਂ ਸੋਚਦਾ ਕਿ ਜੇ ਨਾ ਕਹਾਣੀ ਦਾ ਵਿਸ਼ਾ ਹੈ, ਇਹ ਨਾ ਹੀ ਨਾਵਲ ਦੇ ਵਿੱਚ ਆ ਸਕਦਾ ਹੈ, ਇਹਨੂੰ ਤਾਂ ਇੱਕ ਬੜਾ ਖੂਬਸੂਰਤ ਗੀਤ ਦੇ ਤੌਰ ਤੇ ਜਿਹੜਾ ਹੈ ਉਹ ਸ਼ਾਮਿਲ ਕੀਤਾ ਜਾ ਸਕਦਾ। ਤੁਸੀਂ ਕੁਝ ਆਪਣਾ ਬਾਲ ਸਾਹਿਤ ਦਾ ਕੋਈ ਗੀਤ ਹੋਵੇ, ਕਵਿਤਾ ਹੋਵੇ, ਸੁਣਾਓ, ਸਾਂਝੀ ਕਰੋ ਸਾਡੇ ਜੀ। ਮੈਂ ਚਿੜੀਆਂ ਬਾਰੇ, ਜਿਵੇਂ ਤੁਸੀਂ ਬੜਾ ਖੂਬਸੂਰਤ ਸ਼ੁਰੂਆਤ ਕੀਤੀ ਜੀ, ਤਾਂ ਚਿੜੀਆਂ ਬਾਰੇ ਮੇਰਾ ਗੀਤ ਹੈ ਜਿਹੜਾ, ਉਹਦੇ ਮੈਂ 2-3 ਬੰਦ ਹੀ ਨੇ ਜਿਹੜੇ ਉਹ ਮੈਂ ਤਰਨਮ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਕਿ ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ ਨੀ ਚਿੜੀਏ, ਦਿਸਦੀ ਨਾ ਹੁਣ ਸਾਡੇ ਨੇੜੇ ਤੇੜੇ ਨੀ, ਸੁਨੀਆਂ ਕਰਦੀਆਂ ਛੱਤਾਂ ਸੁੰਨੇ ਵੇੜੇ ਨੀ, ਫਾ ਕੇ ਲੈ ਗਿਆ ਕੌਣ ਸ਼ਿਕਾਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਨੰਨੇ ਬੋਟਾਂ ਦੇ ਮੂੰਹ ਚੋਗਾ ਪਾਉਂਦੀ ਸੈਂ, ਮੀਂਹ ਮੰਗਣ ਲਈ ਮਿੱਟੀ ਦੇ ਵਿੱਚ ਨਹਾਉਂਦੀ ਸੈਂ ਜੀ, ਕਿਹੜੀ ਪੈ ਗਈ ਬਿਪਤਾ ਭਾਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਆਲਣਾ ਵੀ ਛੱਤਾਂ ਵਿੱਚ ਬਣਾਉਂਦੀ ਸੈਂ, ਸੁਬਾ ਬਨੇਰੇ ਬਹਿ ਕੇ ਰੌਣਕ ਲਾਉਂਦੀ ਸੈਂ, ਕਰੇ ਉਡੀਕਾਂ ਡੇਕ ਵਿਚਾਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਪੰਜਿਆਂ ਦੇ ਵਿੱਚ ਲੈ ਗਿਆ ਤੈਨੂੰ ਬਾਜ਼ ਕੋਈ ਜੀ, ਜਾਂ ਫਿਰ ਕਾਂ ਦੇ ਨਾਲ ਕੋਈ ਤਕਰਾਰ ਹੋਈ, ਜਾਂ ਫਿਰ ਡੁੱਲ ਗਈ ਖਿਚੜੀ ਸਾਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ। ਆਖਰੀ ਬੰਦ ਹੈ ਜੀ ਦਾ ਜੀ। ਦਰਸ਼ਨ ਆਸ਼ਟ ਕਵਿਤਾ ਲਿਖ ਕੇ ਗਾਏਗਾ, ਲੋਭੀ ਬੰਦੇ ਨੂੰ ਇਹ ਗੱਲ ਸਮਝਾਏਗਾ, ਦਰਸ਼ਨ ਆਸ਼ਟ ਕਵਿਤਾ ਲਿਖ ਕੇ ਗਾਏਗਾ, ਲੋਭੀ ਬੰਦੇ ਨੂੰ ਇਹ ਗੱਲ ਸਮਝਾਏਗਾ, ਰੁੱਖਾਂ ਤੇ ਨਾ ਫੇਰੇ ਆਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ, ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ ਨੀ ਚਿੜੀਏ, ਕਿੱਥੇ ਗਈਏ ਮਾਰ ਉਡਾਰੀ ਨੀ ਚਿੜੀਏ। ਬਹੁਤ 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 ਵਧੀਆ ਗੀਤ, ਬਹੁਤ ਵਧੀਆ ਗੀਤ ਜੀ। ਸ਼ੁਕਰੀਆ। ਦਰਅਸਲ ਨਾ ਆਸ਼ਟ ਜੀ ਜਦੋਂ ਛੋਟੇ ਹੁੰਦੇ ਸੀ ਨਾ, ਅਸੀਂ ਨਾ ਟੋਕਰਾ ਲੈ ਲੈਣਾ ਦੁਪਹਿਰੇ, ਜਦੋਂ ਜੀ ਚਿੜੀਆਂ ਸਾਨੂੰ ਗਰਮੀਆਂ ਛੁੱਟੀਆਂ ਹੋਣੀਆਂ, ਬਿਲਕੁਲ ਵਿੱਚ ਉਹਦੇ ਡੰਡਾ ਲਾ ਕੇ ਨਾ ਇੱਕ, ਤੇ ਵਿੱਚ ਪਾਣੀ ਦੀ ਕੌਲੀ ਰੱਖ ਕੇ, ਦਾਣੇ ਰੱਖ ਕੇ,
ਅਸੀਂ ਚਿੜੀਆਂ ਫੜਨੀਆਂ। ਬਿਲਕੁਲ, ਉਹ ਬਚਪਨ ਦੀਆਂ ਸ਼ਰਾਰਤਾਂ ਸੀਗੀਆਂ, ਪਰ ਪੰਛੀ ਨਾਲ ਸਾਂਝ ਵੀ ਸੀ ਇੱਕ ਤਰ੍ਹਾਂ ਸਾਂਝ ਵੀ ਸੀ। ਅੱਛਾ, ਕਹਿਣਾ ਕੁਛ ਨਹੀਂ, ਮਾਰਨਾ ਨਹੀਂ, ਇਹ ਨਹੀਂ ਉਹ ਨਹੀਂ, ਤੇ ਉਹਦੇ ਨਾ ਮਤਲਬ ਵੀ ਰੰਗ ਲਾ ਕੇ ਨਾ, ਚਾਹੇ ਤਵੇ ਦੀ ਕਾਲਸ ਸਿਰ ਤੇ ਲਾ ਕੇ ਛੱਡ ਦੇਣੀ ਵੀ ਪਛਾਣ ਸੀ, ਇੱਕ ਵੀ ਪਛਾਣ ਆ ਵੀ ਇਹ ਚਿੜੀ ਅਸੀਂ ਫੜੀ ਹੋਈ ਆ। ਜੀ ਜੀ ਜੀ, ਅਸੀਂ ਵੀ ਸ਼ਿਕਾਰੀ ਰਹੇ ਛੋਟੇ ਹੁੰਦੇ। ਇਹ ਬਚਪਨ ਦੀਆਂ ਖੇਡਾਂ ਨੇ ਜੀ, ਹਰ ਬੱਚਾ ਇਹ ਵੰਨ-ਸੁਵੰਨੀਆਂ ਖੇਡਾਂ। ਅੱਛਾ, ਤੁਸੀਂ ਆਪਣੇ ਬਚਪਨ ਬਾਰੇ ਵੀ ਦੱਸੋ ਜੀ, ਕੋਈ ਇਦਾਂ ਦੀ ਸ਼ਰਾਰਤ ਜਿਹੜੀ ਤੁਹਾਡੇ ਹੁਣ ਵੀ ਯਾਦ ਹੋਵੇ? ਜਿਵੇਂ ਆਪਣੇ ਬਚਪਨ ਦੀਆਂ ਆਮ ਬੱਚੇ ਜਿਹੜੇ ਸ਼ਰਾਰਤਾਂ ਕਰਦੇ ਸੀ, ਪੂਰੀਆਂ ਸ਼ਰਾਰਤਾਂ ਸੀ ਕਰਦੇ ਰਹੇ ਜੀ। ਪੰਛੀ ਵੀ ਇਸ ਤਰ੍ਹਾਂ ਜਿਵੇਂ ਤੁਸੀਂ ਦੱਸ ਰਹੇ ਹੋ ਟੋਕਰੇ ਦੇਣ, ਉਹ ਵੀ ਕੋਸ਼ਿਸ਼ ਕਰਦੇ ਰਹੇ, ਕੋਈ ਮਤਲਬ ਚਿੜੀ ਫਾਜੇ ਤੇ ਉਸ ਤੋਂ ਬਾਅਦ ਲੇਕਿਨ ਬਚਪਨ ਉਦਾਂ ਦਾ ਨਹੀਂ ਸੀ। ਹੁਣ ਦੇਖੋ ਅੱਜ ਕੱਲ ਦੇ ਬੱਚਿਆਂ ਦਾ ਬਚਪਨ ਹੈਗਾ ਫੋਨਾਂ 'ਚ ਬੜਿਆ ਹੋਇਆ। ਜੀ ਜੀ ਬਿਲਕੁਲ। ਜਿਹੜਾ ਸਾਡਾ ਬਚਪਨ ਸੀਗਾ, ਸਾਡਾ ਤਾਂ ਖੇਡਾਂ 'ਚ ਗੁੱਲੀ ਡੰਡਾ ਇਹ ਉਹ ਹਨਾ, ਕੜਕਾਲੀ ਡੰਡਾ ਥੋੜਾ ਬਹੁਤਾ ਅਸੀਂ ਵੀ ਖੇਡਿਆ ਹੋਇਆ। ਪਰ ਜਿਹੜਾ ਤੁਹਾਡਾ ਸਮਾਂ ਸੀਗਾ ਜੀ, ਮੈਂ ਉਹਦੇ ਬਾਰੇ ਜਾਣਨਾ ਚਾਹਣਾ, ਜਿਹੜਾ ਖੂਹਾਂ ਤੇ ਕਹਿ ਲਓ ਵੀ ਪਾਣੀ ਪੀਣਾ ਤੇ ਛੱਪੜਾਂ 'ਚ ਨਹਾਉਣਾ। ਬਿਲਕੁਲ ਜੀ। ਜਾਂ ਕੋਈ ਹੋਰ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ। ਉਸ ਵੇਲੇ ਤਾਂ ਅਦਬ ਜੀ ਇਸ ਤਰ੍ਹਾਂ ਸੀ ਕਿ ਮੇਰੇ ਪਿੰਡ ਦੇ ਵਿੱਚ ਜਿਹੜੀ ਬਿਜਲੀ ਸੀ ਉਹ ਮੇਰੀ ਸੋਝੀ ਦੇ ਵਿੱਚ ਆਈ ਹੈ। ਮੇਰੇ ਪਿੰਡ ਦੇ ਵਿੱਚ ਜਿਹੜੀਆਂ ਸੜਕਾਂ ਨੇ ਉਹ ਮੇਰੀ ਸੋਝੀ ਦੇ ਵਿੱਚ ਬਣੀਆਂ ਨੇ। ਸੋ ਸਾਡਾ ਜਿਹੜਾ ਪਛੜਿਆ ਹੋਇਆ ਪਿੰਡ ਸੀ ਨਾ ਜੀ, ਉਹਦੇ ਵਿੱਚ ਤੁਸੀਂ ਦੇਖੋ ਕਿ ਆਸੇ-ਪਾਸੇ ਅਸੀਂ ਸਾਰੇ ਘੁੰਮਦੇ ਫਿਰਦੇ ਰਹਿਣਾ, ਖੇਤਾਂ 'ਚ ਚਲੇ ਜਾਣਾ, ਮੱਝਾਂ ਚਾਰਦੇ ਰਹਿਣਾ, ਘਰ ਵੀ ਕੱਚੇ, ਸਾਰਾ ਦਿਨ ਮਤਲਬ ਦੋਸਤਾਂ ਮਿੱਤਰਾਂ ਨਾਲ ਖੇਡਦੇ ਰਹਿਣਾ ਸਾਰੀ ਰਾਤ। ਔਰ ਮਾਂ-ਬਾਪ ਲੱਭਦੇ ਰਹਿੰਦੇ ਕਿ ਕਿੱਥੇ ਗਏ, ਔਰ ਜੋ ਦੇਖਿਆ ਤੇ ਉਹ ਫਿਰਨੀ ਦੇ ਵਿੱਚ ਸੁੱਤੇ ਪਏ ਹੋਣਾ। ਔਰ ਇਸ ਤਰ੍ਹਾਂ ਦੇ ਜਿਹੜੀਆਂ ਖੇਡਾਂ ਦਾ ਜਿਹੜਾ ਵੱਖਰਾ ਇੱਕ ਰੰਗਲਾ ਬਚਪਨ ਸੀ ਨਾ, ਜਿਹੜਾ ਉਹ ਰੰਗਲੇ ਨਜ਼ਾਰੇ ਸੀ ਨਾ ਜਿਹੜੇ ਬਚਪਨ ਦੇ, ਘੁੰਮਦੇ ਘੁੰਮਦੇ ਟਿੱਬਿਆਂ ਵੱਲ ਚਲੇ ਜਾਣਾ, ਬੇਰੀਓ ਤੋਂ ਬੇਰ ਤੋੜ ਕੇ ਖਾਣਾ, ਪਤਾ ਨਹੀਂ ਕਿੱਥੇ ਕਿੱਥੇ ਨਿਕਲ ਜਾਂਦੇ ਸੀ ਅਸੀਂ ਨਾ। ਔਰ ਮਾਂ-ਬਾਪ ਦੀ ਚਿੰਤਾ ਵੱਧ ਜਾਂਦੀ ਸੀ ਕਿੱਥੇ ਗਏ। ਇਹ ਬਚਪਨ ਹੀ ਸੀ ਜਿਹੜਾ ਸਾਨੂੰ ਪਤਾ ਨਹੀਂ ਕਿੱਥੇ ਕਿੱਥੇ ਘੁਮਾਉਂਦਾ ਰਹੇ। ਬਿਲਕੁਲ ਬਿਲਕੁਲ ਜੀ। ਉਹ ਕੀ ਕਹਿੰਦੇ ਹੁੰਦੇ, ਨੰਗੇ ਪੈਰੀ, ਕੋਈ ਪਤਾ ਵੀ ਕਈ ਵਾਰੀ। ਬਿਲਕੁਲ ਜੀ ਬਿਲਕੁਲ। ਦੋਸਤਾਂ ਮਿੱਤਰਾਂ ਨਾਲ ਲੜਨਾ ਵੀ, ਔਰ ਮਿੱਟੀ ਦੇ ਘਰ ਵੀ ਬਣਾਉਣੇ, ਮਿੱਟੀ ਦੇ ਘਰ ਬਣਾਉਂਦੇ ਬਣਾਉਂਦੇ ਇੱਕ ਦੂਜੇ ਨਾਲ ਲੜਨਾ ਵੀ, ਪਰ ਅਗਲੇ ਪਲ ਗਲਵਕੜੀ ਵੀ ਪੈ ਜਾਣੀ। ਮੋਹ ਪਿਆਰ ਵੀ ਉਹਨਾਂ ਹੁੰਦਾ ਸੀ। ਤੇ ਨਾਲੇ ਇੱਕ ਗੱਲ ਹੋਰ ਆ ਜੀ, ਉਦੋਂ ਬੱਚਿਆਂ ਨੂੰ ਨਾ ਇਹ ਨਹੀਂ ਸੀ, ਮਾਂ ਪਿਓ ਵੀ ਨਹੀਂ ਕਹਿੰਦਾ ਸੀ ਵੀ ਸਾਡੇ ਬੱਚੇ ਨੂੰ ਝਿੜਕਿਉਣਾ, ਚਾਚੇ ਤਾਏ ਟੀਚਰ ਪੂਰਾ ਅਧਿਕਾਰ ਸੀ, ਅਧਿਕਾਰ ਸੀ ਉਹਨਾਂ ਨੂੰ, ਪੂਰਾ ਹੱਕ ਸੀਗਾ। ਅੱਜ ਤਾਂ ਤੁਸੀਂ ਦੇਖੋ ਆਪਣੇ ਖੂਨ ਦੇ ਰਿਸ਼ਤੇ ਕੋਈ ਹੱਥ ਲਾ ਕੇ ਦੇਖੇ ਦੂਜਾ ਨਾਲ ਦੀ ਨਾਲ ਲੜਾਈ ਝਗੜੇ ਤੇ ਉਤਾਰੂ ਹੋ ਜਾਂਦੇ ਆ। ਉਹ ਸਾਡੀ ਸਾਂਝ ਸੀ ਨਾ ਜਿਹੜੀ ਦਾਦੀਆਂ ਨਾਨੀਆਂ ਵਾਲੀ। ਹਾਂ, ਦਾਦੀਆਂ ਨਾਨੀਆਂ ਦਾ ਬਾਬਾ ਅੰਬੋ ਦਾਦਾ ਦਾਦੀ ਸਾਰੀ ਰਾਤ ਬਹਿ ਕੇ ਸਾਰੀ ਰਾਤ ਲੰਮੀਆਂ ਕਹਾਣੀਆਂ ਚੱਲਦੀਆਂ ਸੀ। ਔਰ ਤੁਸੀਂ ਦੇਖੋ ਅਦਬ ਜੀ ਉਹਦੇ ਵਿੱਚ ਕਿ ਇੰਨੀਆਂ ਦਿਲਚਸਪ ਕਹਾਣੀਆਂ ਚੱਲਦੀਆਂ ਸੀ ਉਹ ਕਿ ਪਤਾ ਨਹੀਂ ਲੱਗਦਾ ਸੀ ਕਿ ਅੱਧੀ ਰਾਤ ਕਦੋਂ ਬੀਤ ਗਈ ਹੈ। ਫਿਰ ਅੱਛਾ ਇੱਕ ਹੋਰ ਸੀ ਗੱਲ ਇਹਦੇ ਵਿੱਚ ਕਿ ਦਾਦਾ ਦਾਦੀ ਜਦੋਂ ਬੱਚਿਆਂ ਨੂੰ ਕਹਾਣੀ ਸੁਣਾਉਂਦੇ ਨਾ, ਉਹਦੇ 'ਚ ਹੁੰਗਾਰਾ ਭਰਨਾ ਬਹੁਤ ਜ਼ਰੂਰੀ ਹੁੰਦਾ ਸੀ। ਜੇਕਰ ਤੁਸੀਂ ਹੁੰਗਾਰਾ ਨਹੀਂ ਭਰਦੇ ਸੀ ਤਾਂ ਤੁਹਾਡੇ ਚੁੰਡੀ ਵੱਢਦੇ ਸੀ ਜਾਂ ਹੁੱਜ ਵੱਜਦੀ ਸੀਗੀ। ਅੱਛਾ, ਕਿਸੇ ਨੂੰ ਕਈਆਂ ਨੂੰ ਇੱਥੇ ਹੁੱਜ ਦਾ ਵੀ ਨਹੀਂ ਪਤਾ ਹੋਣਾ ਜੀ, ਵੀ ਹੁੱਜ ਕੀ ਹੁੰਦੀ ਹੈ। ਬਿਲਕੁਲ, ਉਹਦੇ ਹੂਰਾ ਮਾਰਨਾ, ਹੁੱਜ ਮਾਰਨੀ ਕਿ ਤੂੰ ਸੌਂ ਗਿਆ। ਜੇਕਰ ਤੂੰ ਹੁੰਗਾਰਾ ਨਹੀਂ ਭਰਦਾ ਤਾਂ ਮੇਰੇ ਕਹਾਣੀ ਸੁਣਾਉਣ ਦਾ ਕੋਈ ਲਾਭ ਨਹੀਂ, ਕੋਈ ਉਹ ਤਾਂ ਫਿਰ ਇਹ ਸੀਗਾ ਵੀ ਇੱਕ ਤਰਫਾ ਜਿਹੜਾ ਬੋਲੀ ਜਾ ਰਿਹਾ ਤੇ ਜਿਹਨੂੰ ਸੁਣਾਉਣੀ ਸੀ ਕਹਾਣੀ ਉਹ ਤਾਂ ਸੌਂ ਗਿਆ। ਇਸੇ ਕਰਕੇ ਕਹਿੰਦੇ ਸੀ ਸਾਡੇ ਸਿਆਣੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਕਿ ਦਿਨੇ ਕਹਾਣੀਆਂ ਨਹੀਂ ਸੁਣਾਈਦੀਆਂ, ਦਿਨੇ ਕਹਾਣੀ ਸੁਣਾਉਣ ਦੇ ਨਾਲ ਮਾਮਾ ਰਾਹ ਭੁੱਲ ਜਾਂਦਾ ਹੈ। ਉਹਦੇ ਪਿੱਛੇ ਕਾਰਨ ਇੱਕ ਇਹ ਸੀ ਅਦਬ ਜੀ ਕਿ ਜਦੋਂ ਇਹ ਸਾਡੇ ਬਜ਼ੁਰਗ ਇਹ ਗੱਲ ਕਹਿੰਦੇ ਸੀ ਨਾ ਕਿ ਜੇ ਸਾਡੇ ਦਾਦਾ ਦਾਦੀ ਬਹਿ ਕੇ ਆਪਣੇ ਬੱਚੇ ਨੂੰ ਦਿਨੇ ਕਹਾਣੀਆਂ ਸੁਣਾਉਣ ਲੱਗੇ ਤਾਂ ਸਾਡੇ ਬੱਚੇ ਸਕੂਲ ਕਿਹੜੇ ਵੇਲੇ ਜਾਣਗੇ। ਵੈਸੇ ਮਾਮਾ ਸੱਚੀ ਰਾਹ ਭੁੱਲ ਜਾਂਦਾ ਸੀ? ਨਹੀਂ, ਉਹਦੇ ਪਿੱਛੇ ਕਾਰਨ ਇਹ ਸੀਗੇ ਸਿਆਣਿਆਂ ਨੇ ਜਿਹੜਾ ਖੋਜੇ ਹੋਏ ਸੀ ਕੰਮ ਕਿ ਜੇ ਦਾਦਾ ਦਾਦੀ ਦਿਨ ਦੇ ਵਿੱਚ ਕਹਾਣੀਆਂ ਸੁਣਾਉਣ ਲੱਗ ਜਾਣ ਤਾਂ ਕੰਮ ਕੌਣ ਕਰੇਗਾ, ਸੁਆਣੀ ਕੰਮ ਕਦੋਂ ਕਰੇਗੀ, ਘਰ ਦੇ ਬੰਦੇ ਆਪੋ ਆਪਣਾ ਕੰਮ ਕਦੋਂ ਕਰਨਗੇ। ਤਾਂ ਇਸ ਕਰਕੇ ਬੱਚਿਆਂ ਨੂੰ ਥੋੜਾ ਜਿਹਾ ਉਸ ਤੋਂ ਹਟਕਿਆ ਜਾਂਦਾ ਸੀ ਕਿ ਭਾਈ ਦਿਨੇ ਮੇਰੇ ਕੋਲੋਂ ਬਾਤ ਸੁਣਨ ਦੀ ਜਿੱਦ ਨਾ ਕਰੀ। ਠੀਕ ਹੈ, ਇਹਦੇ ਪਿੱਛੇ ਕਾਰਨ ਇਹ ਸੀ ਸਾਰੇ। ਦਰਸ਼ਨ ਜੀ, ਗੱਲ ਇਹ ਆ ਵੀ ਹੁਣ ਤੁਹਾਡੇ ਨਾਲ ਬੈਠੇ ਹੋਏ ਆ, ਬਾਲ ਸਾਹਿਬ ਦੀ ਗੱਲ ਕਰੀਏ, ਮੈਨੂੰ ਖੁਦ ਦਾ ਬਚਪਨ ਯਾਦ ਆ ਰਿਹਾ। ਮੈਨੂੰ ਨਾ ਮੇਰੇ ਤਾਇਆ ਜੀ ਇੱਕ ਬਾਤ ਸੁਣਾਉਂਦੇ ਹੁੰਦੇ ਸੀਗੇ, ਕਪਿਲਾ ਗਊ ਵਾਲੀ ਜੀ। ਤੁਹਾਡੇ ਯਾਦ ਆ ਕੋਈ ਇਦਾਂ ਦੀ ਬਾਤ ਹੁੰਦੀ ਸੀ? ਅਸਲ 'ਚ ਅਦਬ ਜੀ ਇਹ ਬਹੁਤ ਸਾਰਾ ਸਾਡੀਆਂ ਬਾਤਾਂ ਦਾ ਜਿਹੜਾ ਸੰਸਾਰ ਹੈ ਨਾ ਬੜਾ ਵਿਸ਼ਾਲ ਹੈ। ਹਾਂਜੀ, ਕਿਹੜਾ ਖੇਤਰ ਹੈ, ਕਿਹੜਾ ਸਾਡਾ ਐਸਾ ਫੀਲਡ ਹੈ ਜਿਹਦੇ ਬਾਰੇ ਬਾਤਾਂ ਸਾਨੂੰ ਨਹੀਂ ਮਿਲਦੀਆਂ। ਔਰ ਇਹਨਾਂ ਬਾਤਾਂ ਦੇ ਪਿੱਛੇ ਜੇ ਅਸੀਂ ਬਾਤਾਂ ਸੁਣਾਉਣ ਲੱਗੀਏ, ਮੈਨੂੰ ਲੱਗਦਾ ਅਲਫ ਲੈਲਾ ਦੀਆਂ ਜਿਹੜੀਆਂ ਕਹਾਣੀਆਂ ਸੀ ਨਾ ਸਾਡੀਆਂ, ਅਲਫ ਲੈਲਾ ਉਰਦੂ ਦਾ ਸ਼ਬਦ ਹੈ। ਅਲਫ ਤੋਂ ਭਾਵ 1000 ਤੇ ਲੈਲਾ ਦਾ ਮਤਲਬ ਰਾਤ। 1000 ਰਾਤ ਤੱਕ ਚੱਲਣ ਵਾਲੀ ਬਾਤ ਵੀ ਹੈ ਜਿਹੜੀ ਉਹ ਸਾਡੇ ਇਤਿਹਾਸ ਦੇ ਵਿੱਚ ਸੁਣਾਈ ਜਾਂਦੀ ਰਹੀ ਹੈ। 1000 ਰਾਤ ਤੱਕ ਲਗਾਤਾਰ ਬਾਤ ਚੱਲਦੀ ਸੀ, ਲਗਾਤਾਰ ਬਾਤ ਚੱਲਦੀ ਕਹਾਣੀ। ਜੀ ਹਾਂ, ਔਰ ਤੁਸੀਂ ਦੇਖੋ ਜਦੋਂ ਇੱਕ ਰਾਜਕੁਮਾਰੀ ਸੀ ਜਿਹੜੀ ਸ਼ਰਤ ਰੱਖੀ ਰਾਜੇ ਨੇ ਕਿ ਮੈਂ ਆਪਣੀ ਰਾਜਕੁਮਾਰੀ ਦਾ ਜਿਹੜਾ ਵਿਆਹ ਹੈ ਉਸ ਨੌਜਵਾਨ ਨਾਲ ਕਰਾਂਗਾ ਜਿਹੜਾ ਮੇਰੀ ਰਾਜਕੁਮਾਰੀ ਨੂੰ ਹਰਾ ਦੇਗਾ। ਔਰ ਰਾਜਕੁਮਾਰੀ ਦੀ ਸ਼ਰਤ ਇਹ ਸੀ
ਕਿ ਉਹ ਉਸ ਨੂੰ ਬਾਤ ਸੁਣਾਉਣੀ ਹੁੰਦੀ ਸੀ। ਹਾਂਜੀ। ਔਰ ਬਾਤ ਸੁਣਾ ਕੇ, ਕਿਉਂਕਿ ਬਾਤ ਸੀ ਜਿਹੜੀ ਉਹ ਪਹਿਲਾਂ ਛੇੜਾਂ 'ਚ ਖਤਮ ਹੋ ਜਾਂਦੀ ਸੀ, ਅੱਧਾ ਘੰਟਾ ਲੱਗ ਜਾਂਦਾ, ਪੌਣਾ ਘੰਟਾ ਲੱਗ ਜਾਂਦਾ। ਔਰ ਕਈ ਜਿਹੜੇ ਨੌਜਵਾਨ ਸੀ ਉਹ ਆਪਣੀ ਕਿਸਮਤ ਨੂੰ ਅਜਮਾਉਣ ਵਾਸਤੇ ਔਰ ਉਸ ਰਾਜਕੁਮਾਰੀ ਨੂੰ ਵਿਆਹਣ ਵਾਸਤੇ ਆਏ, ਲੇਕਿਨ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ ਕਿਉਂਕਿ ਉਹਨਾਂ ਦੀ ਬਾਤ ਖਤਮ ਹੋ ਗਈ ਜੀ। ਇੱਕ ਬਹੁਤ ਹੀ ਮਾਂ ਨੇ, ਤਜਰਬੇਕਾਰ ਮਾਂ ਨੇ, ਬਜ਼ੁਰਗ ਔਰਤ ਨੇ, ਉਹ ਤੇ ਜਦੋਂ ਬੱਚਾ ਜਿੱਦ ਕਰਨ ਲੱਗਿਆ ਤਾਂ ਉਸ ਨੂੰ ਫਿਰ ਉਸਦੇ ਕੰਨ ਦੇ ਵਿੱਚ ਇੱਕ ਫੂਕ ਮਾਰੀ ਕਿ ਤੂੰ ਇਹ ਬਾਤ ਜਾ ਕੇ ਰਾਜਕੁਮਾਰੀ ਨੂੰ ਸੁਣਾਉਣੀ ਹੈ। ਉਹ ਜੀ ਫਿਰ ਉੱਥੇ ਜਦੋਂ ਰਾਜਕੁਮਾਰੀ ਨੇ ਕਿਹਾ ਕਿ ਤੂੰ ਆਪਣੀ ਬਾਤ ਸੁਣਾ ਔਰ ਦੇਖਦੇ ਮੈਂ ਕਿੰਨਾ ਚਿਰ ਚੱਲੇਗੀ ਤੇਰੀ ਬਾਤ, ਔਰ ਉਸਨੂੰ ਇਹ ਸੀਗਾ ਕਿ ਇਹਦਾ ਵੀ ਸਿਰ ਜਲਦੀ ਕਤਲ ਹੋ ਜਾਏਗਾ, ਇਹਦਾ ਕਲਮ ਹੋ ਜਾਏਗਾ ਸਿਰ। ਤੇ ਲੇਕਿਨ ਜਿਹੜਾ ਮਾਂ ਨੇ ਉਹ ਸਮਝਾਇਆ ਸੀ ਬਜ਼ੁਰਗਾਂ ਨੇ, ਉਹ ਬਾਤ ਸੁਣਾਉਣ ਲੱਗਦਾ ਜੀ ਕਿ ਜੀ ਉੱਥੇ ਪੰਛੀ ਬੈਠੇ ਸੀ, ਜੰਗਲ ਦੇ ਵਿੱਚ ਕਈ ਪੰਛੀ ਸੀਗੇ, ਉਹਨਾਂ ਨੇ ਦੇਖਿਆ ਜੀ ਤੇ ਇੱਕ ਕਿਸਾਨ ਨੇ ਜਿਹੜਾ ਸੀਗਾ ਉਹ ਆਪਣੀ ਜਿਹੜੀ ਸਰੋਂ ਸੀ ਉਹਦੀ ਫਸਲ ਜਦੋਂ ਦਾਣੇ ਕੱਢੇ ਉਸਨੇ ਬੜਾ ਵੱਡਾ ਬੋਲ ਲਾ ਲਿਆ ਉੱਥੇ। ਉਹ ਕੀ ਹੋਇਆ ਜੀ, ਇੱਕ ਚਿੜੀ ਨੇ ਜਦੋਂ ਬੋਲ ਦੇਖਿਆ ਉਸਨੂੰ, ਉਹ ਆਵੇ ਇੱਕ ਦਾਣਾ ਲੈ ਕੇ ਉੱਡ ਜਾਵੇ, ਫਿਰ ਆਪਣੇ ਬੱਚਿਆਂ ਨੂੰ ਚੋਗਾ ਦੇ ਕੇ ਆ ਜਾਏ। ਫਿਰ ਆਈ, ਫਿਰ ਇੱਕ ਦਾਣਾ ਲੈ ਕੇ ਚਲੀ ਗਈ, ਉਹ ਫਿਰ ਆਈ, ਫਿਰ ਇੱਕ ਦਾਣਾ ਲੈ ਕੇ ਚਲੀ ਗਈ, ਉਹ ਫਿਰ ਆਈ, ਇੱਕ ਦਾਣਾ ਲੈ ਕੇ ਫਿਰ ਚਲੀ ਗਈ। ਉਹ ਰਾਜਕੁਮਾਰੀ ਕਹਿੰਦੀ ਹੁਣ ਅੱਗੇ ਵੀ ਕੁਝ ਬੋਲ, ਉਹ ਕਹਿੰਦਾ ਮੈਂ ਅੱਗੇ ਤਾਂ ਬੋਲਾਂ ਜੇ ਉਹ ਬੋਲ ਖਤਮ ਹੋਏਗਾ। ਇਸ ਕਰਕੇ ਜਦ ਤੱਕ ਉਹ ਬੋਲ ਖਤਮ ਨਹੀਂ ਹੁੰਦਾ, ਸਰੋਂ ਦੇ ਦਾਣਿਆਂ ਦਾ ਬੋਲ, ਚਿੜੀ ਉਹ ਬੋਲ ਖਤਮ ਨਹੀਂ ਕਰਦੀ, ਮੈਂ ਅੱਗੇ ਕਿਵੇਂ ਵੱਧ ਸਕਦਾ। ਔਰ ਰਾਜਕੁਮਾਰੀ ਨੇ ਆਪਣੀ ਹਾਰ ਮੰਨ ਲਈ। ਉਹ ਸਿੱਧਾ ਸਾਦਾ ਜਿਹੜਾ ਨੌਜਵਾਨ ਸੀ ਪਿੰਡ ਦੇ ਰਹਿਣ ਵਾਲਾ, ਔਰ ਰਾਜਕੁਮਾਰੀ ਨੂੰ ਉਸ ਨਾਲ ਜਿਹੜਾ ਵਿਆਹ ਸੀ ਉਹ ਅਹਿਦ ਦੇ ਮੁਤਾਬਕ ਉਸ ਨੂੰ ਕਰਨਾ ਪਿਆ। ਸੋ ਅਦਬ ਜੀ ਜਿਹੜੀਆਂ ਸਾਡੀਆਂ ਬਾਤਾਂ ਨੇ ਨਾ, ਹਾਂਜੀ, ਇਹ ਸਾਨੂੰ ਗਿਆਨ ਵੀ ਦਿੰਦੀਆਂ ਨੇ, ਸਾਨੂੰ ਬਹੁਤ ਸਾਡਾ ਇਹ ਵੀ ਕਰਦੀਆਂ, ਇੰਟਰਟੇਨਮੈਂਟ ਕਰਦੀਆਂ ਨੇ, ਔਰ ਇਹ ਵੀ ਦੱਸਦੀਆਂ ਨੇ ਜੇਕਰ ਕੋਈ ਇਨਸਾਨ ਜ਼ਿੰਦਗੀ ਦੇ ਵਿੱਚ ਡਿੱਗ ਜਾਏ, ਜੇਕਰ ਕੋਈ ਇਨਸਾਨ ਉਦਾਸ ਹੋ ਜਾਏ, ਉਹਦੇ ਕਿਸੇ ਪ੍ਰਕਾਰ ਦੀ ਸੱਟ ਵੱਜੇ, ਉਸਨੇ ਦੁਬਾਰੇ ਕਿਵੇਂ ਖੜਾ ਹੋਣਾ ਹੈ, ਕਿਵੇਂ ਉਸਨੇ ਆਪਣੇ ਆਪ ਵਿੱਚ ਤਾਕਤ ਭਰਨੀ ਹੈ। ਇਹ ਸਾਨੂੰ ਬਾਤਾਂ ਦਾ ਗਿਆਨ ਸੀ ਜਿਹੜਾ ਉਸ ਨੂੰ ਡਿੱਗਦੇ ਹੋਏ ਨੂੰ ਉੱਠਣ ਦੀ ਪ੍ਰੇਰਨਾ ਦਿੰਦਾ ਸੀ। ਬਿਲਕੁਲ ਜੀ। ਸੋ ਬਾਤਾਂ ਦਾ ਜਿਹੜਾ ਸਾਡਾ ਬਹੁਤ ਜਿਹੜਾ ਰਸ ਸੀ ਨਾ ਬਾਤਾਂ ਦੇ ਵਿੱਚ, ਉਹ ਸਾਡੀਆਂ ਸਿਆਣਪਾਂ ਸੀ ਜਿਹੜੀਆਂ ਸਾਡੀਆਂ ਬਜ਼ੁਰਗਾਂ ਨੇ ਨਵੀਆਂ ਪੀੜ੍ਹੀਆਂ ਨੂੰ ਪ੍ਰਦਾਨ ਕੀਤੀਆਂ, ਪਾਤੀਆਂ ਸੀਗੀਆਂ। ਤੇ ਮੇਰੇ ਨਾ ਜੀ ਕਈ ਚੀਜ਼ਾਂ ਨੇ, ਜਿਵੇਂ ਨਾ ਮੇਰੀ ਦਾਦੀ ਮਾਂ ਸੁਣਾਉਂਦੀ ਹੁੰਦੀ ਸੀ ਬਾਤ ਜੀ, ਦਿਓ ਵਾਲੀ ਬਾਤ। ਇੱਕ ਦਿਓ ਸੀ, ਉਹ ਜੰਗਲ 'ਚ ਰਹਿੰਦਾ ਸੀ, ਉਹਦੇ ਕੋਲੇ ਹਰ ਵੇਲੇ ਕੜਾਹਾ ਤੇਲ ਦਾ ਤਪਦਾ ਰਹਿੰਦਾ ਸੀ, ਜੇ ਕੋਈ ਉੱਥੇ ਪਹੁੰਚਦਾ ਤਾਂ ਉਹਨੂੰ ਉਹਦੇ ਵਿੱਚ ਸਿੱਟ ਕੇ ਉਹ ਖਾ ਜਾਂਦਾ ਸੀ। ਇੱਕ ਠਗਣੀ ਸੀ, ਉਹ ਐਂ ਠੱਗ ਲੈਂਦੀ ਸੀ ਜੀ। ਦਾਦੀ ਦੀਆਂ ਬਾਤਾਂ ਵਾਲੀ ਠਗਣੀ ਤੇ ਦਿਓ ਅੱਜ ਕੱਲ ਬਹੁਤ ਮਿਸ ਕਰਦੇ ਹਾਂ ਜੀ। ਅਦਰਵਾਈਜ਼ ਇਸ ਪਾਸੇ ਇਸ ਤਰ੍ਹਾਂ ਹੈ ਕਿ ਜਿਹੜੀਆਂ ਸਾਡੀਆਂ ਬਾਤਾਂ ਸੀ ਨਾ, ਉਹਦਾ ਕਾਰਨ ਇਹ ਹੈ, ਇੱਕ ਤਾਂ ਸਾਡੇ ਬਜ਼ੁਰਗਾਂ ਕੋਲ ਉਹ ਵੇਲ ਨਹੀਂ ਰਹੀ ਜੀ। ਜਿਹੜੀਆਂ ਤੁਹਾਡੀਆਂ ਜੁਆਇੰਟ ਫੈਮਿਲੀਜ਼ ਨੇ ਨਾ, ਜਿਹੜੇ ਸੰਯੁਕਤ ਪਰਿਵਾਰ ਸੀ, ਉਹ ਟੁੱਟ ਗਏ। ਟੁੱਟਣ ਦੇ ਪਿੱਛੇ ਕਾਰਨ ਇਹ ਹੈ ਕਿ ਬੰਦਾ ਮਸ਼ੀਨ ਬਣ ਗਿਆ। ਉਹ ਆਪਣੇ ਕਾਰੋਬਾਰਾਂ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ ਇੰਨਾ ਖਚਿਤ ਹੋ ਗਿਆ, ਇੰਨਾ ਮਸ਼ੀਨ ਬਣ ਗਿਆ ਕਿ ਉਹਨੇ ਆਪਣੇ ਸਰੀਰ ਨੂੰ ਮਸ਼ੀਨ ਬਣਾ ਲਿਆ। ਉਹਦੇ ਕੋਲ ਸਮਾਂ ਨਹੀਂ ਕਿ ਉਹ ਆਪਣੇ ਬਜ਼ੁਰਗਾਂ ਦੇ ਨਾਲ, ਮਾਤਾ ਪਿਤਾ ਦੇ ਨਾਲ ਬਹਿ ਕੇ ਗੱਲਾਂ ਬਾਤਾਂ ਕਰੇ। ਉਹਦੇ ਕੋਲ ਸਮਾਂ ਨਹੀਂ ਕਿ ਆਪਣੇ ਬੱਚਿਆਂ ਦੇ ਕੋਲ ਬਹਿ ਕੇ ਗੱਲਾਂ ਕਰੇ। ਤੇ ਉਹ ਪਤਾ ਕੀ ਕਰਦੇ ਅੱਜ ਕੱਲ ਜੀ, ਮੈਂ ਦੇਖਿਆ ਬੱਚਿਆਂ ਨੂੰ ਨਾ ਬੱਚਿਆਂ ਨੂੰ ਫੋਨ ਫੜਾ ਦੇਣਗੇ ਜੀ। ਬੱਚਾ ਬਸ ਲੱਗਿਆ ਹੋਇਆ, ਉਹ ਵੀ ਬਸ ਐਂ ਖੁੱਬਿਆ ਪਿਆ ਉਹਦੇ ਵਿੱਚ, ਉਹਨੂੰ ਪਤਾ ਹੀ ਨਹੀਂ। 1.5 ਸਾਲ 2 ਸਾਲ ਦਾ ਬੱਚਾ ਜਦੋਂ ਹੁੰਦਾ, ਉਹਨੂੰ ਰੰਗ ਬਰੰਗੇ ਚੀਜ਼ਾਂ ਵਧੀਆ ਲੱਗਦੀਆਂ, ਸੋਹਣੀਆਂ ਲੱਗਦੀਆਂ ਜੀ। ਔਰ ਬੜੀ ਅੱਛੀ ਤੁਸੀਂ ਅਦਬ ਜੀ ਗੱਲ ਕੀਤੀ ਕਿ ਜਦੋਂ ਅਸੀਂ ਬੱਚੇ ਨੂੰ ਮਾਂ-ਬਾਪ ਮੋਬਾਈਲ ਦੇ ਦਿੰਦੇ ਨਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਅਸੀਂ ਬੱਚੇ ਨੂੰ ਮੋਬਾਈਲ ਹੱਥ ਵਿੱਚ ਫੜਾਇਆ ਹੈ, ਆਉਣ ਵਾਲੇ ਸਮੇਂ ਵਿੱਚ ਉਹਦਾ ਕੀ ਨਤੀਜਾ ਭੁਗਤਣਾ ਪਏਗਾ, ਬੱਚੇ ਨੂੰ ਨੁਕਸਾਨ ਕੀ ਹੋਊ। ਡਾਕਟਰੀ ਖੋਜਾਂ ਦੱਸਦੀਆਂ ਨੇ ਅਦਬ ਜੀ ਕਿ ਜਿਹੜੇ ਬੱਚੇ ਬਹੁਤ ਛੋਟੀ ਉਮਰ ਦੇ ਵਿੱਚ ਮਾਂ-ਬਾਪ ਆਪਣੇ ਬੱਚੇ ਨੂੰ ਮੋਬਾਈਲ ਦੇ ਦਿੰਦੇ ਨੇ ਨਾ, ਉਹਦੀ ਦੁਨੀਆ ਸਾਰੀ ਮੋਬਾਈਲ ਦੇ ਵਿੱਚ ਆ ਜਾਂਦੀ ਹੈ ਬੱਚੇ ਦੀ। ਤੇ ਪਹਿਲਾਂ ਬੜਾ ਬੱਚਾ ਬੋਲਣਾ ਜਿਹੜਾ ਸਿੱਖਦਾ ਨਾ, ਉਸ ਨੂੰ ਹੁਣ ਕਈ ਸਾਲ ਲੱਗਦੇ ਨੇ ਬੋਲਣਾ ਸਿੱਖਣ ਵਾਸਤੇ। ਕਿਉਂਕਿ ਬੋਲੇ ਕਿਹਦੇ ਨਾਲ? ਜਿਹੜੇ ਮਾਤਾ ਪਿਤਾ ਨੇ, ਦਾਦਾ ਦਾਦੀ ਨੇ ਉਹਦੇ ਨਾਲ ਗੱਲਾਂ ਕਰਨੀਆਂ ਸੀ, ਲੋਰੀਆਂ ਸੁਣਾਉਣੀਆਂ ਸੀ, ਬਾਤਾਂ ਸੁਣਾਉਣੀਆਂ ਸੀ, ਹੁੰਗਾਰਾ ਭਰਨਾ ਸੀ, ਉਹ ਤੇ ਮੋਬਾਈਲ ਨੇ ਖਤਮ ਕਰ ਦਿੱਤਾ। ਆਸਟ ਜੀ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਨਾ, ਬੜੀ ਮੇਰੇ ਨਾ ਹੁਣ ਦਿਮਾਗ 'ਚ ਆਈ ਹੈ ਗੱਲ। ਮੇਰਾ ਇੱਕ ਦੋਸਤ ਆ, ਉਹਦਾ ਬੇਟਾ, ਤੇ ਉਹ 3 ਸਾਲਾਂ ਦਾ 4 ਸਾਲਾਂ ਦਾ ਹੋ ਗਿਆ, ਪਰ ਉਹ ਬੋਲਦਾ ਬਹੁਤ ਘੱਟ ਆ। ਉਹਦੇ ਪਿੱਛੇ ਅਦਬ ਜੀ ਇਹੀ ਗੱਲਾਂ ਨੇ, ਬਿਲਕੁਲ ਫੋਨ ਫੜਾ ਦਿੱਤਾ। ਔਰ ਬੱਚੇ ਦਾ ਜਿਹੜਾ ਬੋਲ ਚਾਲ ਦਾ ਜਿਹੜਾ ਸੰਵਾਦ ਰਚਾਉਣ ਦੀ ਗੱਲ ਸੀ ਮਾਤਾ ਪਿਤਾ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡਦੇ ਸੀ ਬੱਚੇ ਖੇਡਾਂ, ਔਰ ਨਿੱਕੇ ਸਾਰਾ ਕਿੰਨਾ ਖੇਡਦੇ ਹੁੰਦੇ ਸੀ, ਔਰ ਬੱਚੇ ਬੋਲ ਕੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਸੀ। ਜਦੋਂ ਤੁਸੀਂ ਉਹ ਮੌਕਾ ਖੋਹ ਲਿਆ ਬੱਚੇ ਤੋਂ, ਤੇ ਫਿਰ ਬੱਚੇ ਦਾ ਜਿਹੜਾ ਭਵਿੱਖ ਹੈ ਉਹ ਇਹੀ ਹੋਏਗਾ ਕਿ ਬੱਚਾ ਜਿਹੜਾ ਬੋਲਣਾ ਹੈ ਉਹ ਬੋਲਣਾ ਭੁੱਲ ਰਿਹਾ ਹੈ। ਜੇ ਬੋਲਣਾ ਸਿੱਖ ਰਿਹਾ ਤਾਂ ਬੜੀ ਦੇਰ ਜਾ ਕੇ।
ਧਿਆਨ ਨਾਲ ਸੁਣਨ ਵਾਲੀ ਗੱਲ ਹੈ ਜੀ, ਕਿੰਨਾ ਹਾਨੀਕਾਰਕ ਹੈ ਬੱਚਿਆਂ ਨੂੰ ਫੋਨ ਮੋਬਾਈਲ ਫੜਾਉਣਾ। ਬਿਲਕੁਲ ਜੀ, ਘਰ ਦੇ ਕੰਮ ਹੁੰਦੇ ਆ, 100 ਚੀਜ਼ਾਂ ਹੁੰਦੀਆਂ, ਤੁਸੀਂ ਉਹ ਬੱਚੇ ਨੂੰ ਫੋਨ ਫੜਾ ਕੇ ਚੱਲ ਲਾਲਚ ਲਾਤਾ, ਪਰ ਇਹਦਾ ਨੁਕਸਾਨ ਤੁਸੀਂ ਸਮਝ ਰਹੇ ਹੋ ਕਿ ਬੱਚਾ ਬੋਲਣਾ ਕਿੰਨੀ ਲੇਟ ਸਿੱਖ ਰਿਹਾ, ਬੱਚੇ ਦੀ ਸੋਝੀ ਸਮਝ ਕਿੰਨੀ ਕੁ ਮਤਲਬ ਵੀ ਦੇਰ ਨਾਲ ਵਿਕਸਿਤ ਹੁੰਦੀ ਹੈ। ਮੰਦ ਬੁੱਧੀ ਕਹ ਲਓ, ਜਵਾਕਾਂ ਦੀ ਕਹ ਲਓ, ਆਪਾਂ ਅੱਜ ਕੱਲ ਬਿਲਕੁਲ ਖੁਦ ਕਰ ਰਹੇ ਹਾਂ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਇਹਦੇ ਵਿੱਚ ਇੱਕ ਹੋਰ ਵੀ ਹੈ, ਇਹ ਜਿਹੜੀਆਂ ਚੀਜ਼ਾਂ ਨੇ ਬਾਲ ਸਾਹਿਤ ਨਾਲੋਂ ਤੋੜ ਕੇ ਜਦੋਂ ਅਸੀਂ ਬੱਚੇ ਨੂੰ ਇਹੋ ਜਿਹੀਆਂ ਚੀਜ਼ਾਂ ਦਿੰਦੇ ਆ ਨਾ, ਬੱਚੇ ਦਾ ਸਰੀਰਕ ਵਿਕਾਸ ਹੈ ਜਿਹੜਾ ਉਹ ਵੀ ਨਹੀਂ ਹੋਣ ਦੇ ਰਿਹਾ। ਉਹ ਖਾਣਾ ਵੀ ਨਹੀਂ ਖਾਂਦੇ ਕਿਉਂਕਿ ਉਹ ਬੈਠਾ ਹੈ। ਬਿਲਕੁਲ ਜੀ, ਆਸ਼ਟ ਜੀ ਜਦੋਂ ਫੋਨ ਦੇਖ ਰਹੇ ਆ ਨਾ, ਉਹਨਾਂ ਨੂੰ ਨਹੀਂ ਪਤਾ ਉਹਦੇ ਮੂੰਹ 'ਚ ਚਮਚਾ ਪਾਤਾ, ਅੱਛਾ ਇਹ ਵੀ ਆ ਵੀ ਉਹ ਖਾਣਾ ਵੀ ਉਦੋਂ ਹੀ ਖਾਣਗੇ, ਤੇ ਉਹ ਕਿੰਨਾ ਕੁ ਖਾਣਗੇ ਉਹਨਾਂ ਦੀ ਰੁਚੀ ਨਹੀਂ ਹੈਗੀ, ਉਹ ਦੇਖਣ 'ਚ ਰੁਚੀ ਜ਼ਿਆਦੇ ਆ। ਬਿਲਕੁਲ ਜੀ। ਔਰ ਇਹ ਜਿਹੜੀ ਚੀਜ਼ਾਂ ਨੇ ਨਾ, ਮੈਂ ਨਹੀਂ ਕਹਿੰਦਾ ਕਿ ਮੋਬਾਈਲ ਦੇ ਕੋਈ ਲਾਭ ਨਹੀਂ, ਮੋਬਾਈਲ ਦੇ ਬਹੁਤ ਅੱਛੇ ਫਾਇਦੇ ਨੇ, ਕੰਪਿਊਟਰ ਦੇ ਬਹੁਤ ਅੱਛੇ ਫਾਇਦੇ ਨੇ, ਸੋਸ਼ਲ ਮੀਡੀਆ ਬਹੁਤ ਅੱਛੀ ਅਗਵਾਈ ਕਰ ਸਕਦਾ ਹੈ ਜੇਕਰ ਅਸੀਂ ਇਸ ਤੋਂ ਚੰਗੇ ਤਰੀਕੇ ਨਾਲ ਇਹਦੇ ਕੋਲ ਅਗਵਾਈ ਲਈਏ। ਆਸ਼ਟ ਜੀ ਕਿੰਨੇ ਉਮਰ ਤੱਕ ਬੱਚੇ ਨੂੰ ਫੋਨ ਨਹੀਂ ਦੇਣਾ ਚਾਹੀਦਾ ਜੀ? ਇਹ ਦੇਖੋ ਜੀ, ਘੱਟੋ ਘੱਟ ਪ੍ਰਾਇਮਰੀ ਲੈਵਲ ਤੱਕ ਦਾ ਜਿਹੜਾ ਬੱਚਾ ਹੈ ਉਸ ਵੇਲੇ ਤੱਕ ਉਸ ਨੂੰ ਕੋਈ ਸਾਂਝ ਨਹੀਂ ਬਣਾਉਣੀ ਚਾਹੀਦੀ ਬੱਚੇ ਦੀ। ਜੇਕਰ ਤੁਸੀਂ ਕਹੋਗੇ ਉਹ ਬੱਚੇ ਦਾ ਜਿਹੜਾ ਕੀਮਤੀ ਸਮਾਂ ਹੈ ਨਾ, ਪਹਿਲੀ ਗੱਲ ਹੈ ਕਿ ਬੱਚੇ ਨੇ ਖੇਡਣਾ ਹੁੰਦਾ ਆਪਣੇ ਦੋਸਤਾਂ ਮਿੱਤਰਾਂ ਨਾਲ, ਸਰੀਰਕ ਤੌਰ ਤੇ ਵਰਜਿਸ਼ ਕਰਨੀ ਹੈ, ਉਹਨੇ ਖੇਡਾਂ ਖੇਡਣੀਆਂ ਨੇ ਜੀ। ਹੁਣ ਜਿਹੜੀਆਂ ਸੀਗੀਆਂ ਕਿੱਕਲੀ ਕਲੀਅਰ ਦੀ, ਪੱਗ ਮੇਰੇ ਵੀਰ ਦੀ, ਇਹ ਜਿਹੜੀਆਂ ਖੇਡਾਂ ਸੀ, ਹਰਾ ਸਮੁੰਦਰ, ਗੋਪੀ ਚੰਦਰ, ਬੋਲ ਮੇਰੀ ਮੱਛਲੀ, ਕਿੰਨਾ ਕਿੰਨਾ ਪਾਣੀ, ਮੈਨੂੰ ਲੱਗਦਾ ਆਸ਼ਟ ਜੀ ਆਪਾਂ ਦੋਸਤ ਵੀ ਖੋਲੇ ਬੱਚਿਆਂ ਦੇ, ਦੋਸਤ ਵੀ ਖੋਲੇ, ਫੋਨ ਦੇਤਾ ਦੋਸਤ ਵੀ ਨਹੀਂ ਰਹੇ, ਉਹ ਸਾਂਝ ਵੀ ਖੋਲੀ, ਉਹ ਭਾਈਚਾਰਾ ਵੀ ਖੋਲਿਆ। ਭਾਈਚਾਰੇ ਦੇ ਵਿੱਚ ਤੁਹਾਨੂੰ ਉੱਥੇ ਇਹ ਨਹੀਂ ਪਤਾ ਲੱਗਦਾ ਸੀ ਇਹ ਕਿਹੜੇ ਧਰਮ ਦਾ ਬੱਚਾ ਹੈ, ਕਿਹੜੇ ਧਰਮ ਦਾ ਬੱਚਾ ਹੈ। ਉਹ ਸਾਰੇ ਬੱਚਿਆਂ ਦੀ ਇੱਕ ਸਾਂਝ ਹੁੰਦੀ ਸੀ। ਔਰ ਜਦੋਂ ਸਾਂਝ ਦੇ ਵਿੱਚ ਖੇਡਦੇ ਸੀ ਨਾ ਗੀਤ, ਉਹ ਮਾਹੌਲ ਵੀ ਸੀ ਜਿਹੜਾ, ਕੁਦਰਤ ਵੀ ਹੱਸਦੀ ਸੀ ਉਹਨਾਂ ਨੂੰ ਦੇਖ ਕੇ ਕਿ ਆਹ ਮਨੁੱਖ ਤੇਰੀ ਫੁਲਵਾੜੀ ਦੇ ਖੂਬਸੂਰਤ ਫੁੱਲ ਦੇਖ ਕੇ। ਆਪਾਂ ਬਚਪਨ ਨੂੰ ਕਿਵੇਂ ਬਚਾ ਸਕਦੇ ਹਾਂ? ਬਚਪਨ ਨੂੰ ਬਚਾਉਣ ਵਾਸਤੇ ਤਾਂ ਮੈਂ ਸਮਝਦਾ ਕਿ ਅਸੀਂ ਉਹਨਾਂ ਲਈ ਚੰਗੀਆਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹਦੇ ਨਾਲ ਜੋੜੀਏ। ਚੰਗੀਆਂ ਆਦਤਾਂ, ਦਰਸ਼ਨ ਸਿੰਘ ਆਸ਼ਟ ਦੀ ਜੀ ਕਿਤਾਬ ਵੀ ਹੈ, ਚੰਗੀਆਂ ਆਦਤਾਂ, ਜੀ ਕੀ ਕਹਿੰਦੇ ਹੁੰਦੇ, ਬਾਗਾਂ ਵਾਲਾ ਪਿੰਡ। ਇਹ ਜਿਹੜੀਆਂ ਕਿਤਾਬਾਂ ਨੇ ਨਾ, ਇਹ ਬੱਚਿਆਂ ਨੂੰ ਖੁਦ ਪੜ੍ਹ ਕੇ ਸੁਣਾਓ ਤੇ ਉਹਨਾਂ ਨੂੰ ਇਹਨਾਂ ਤੋਂ ਗਿਆਨ ਦਿਓ। ਫੋਨ ਉਹਨਾਂ ਤੋਂ ਖੋਲੋ, ਫੋਨ ਨਾ ਦਿਓ ਉਹਨਾਂ ਨੂੰ, ਠੀਕ ਹੈ ਜੀ, ਜੇ ਬਚਪਨ ਬਚਾਉਣਾ, ਜੇ ਬੱਚਿਆਂ ਨੂੰ ਅੱਗੇ ਚੰਗਾ ਭਵਿੱਖ ਦੇਣਾ। ਬੜੀ ਸੀਰੀਅਸ ਗੱਲ ਹੋ ਰਹੀ ਆ ਬੱਚਿਆਂ ਬਾਰੇ, ਬਾਲ ਸਾਹਿਤ ਵਾਲੇ ਪਾਸੇ ਤੋਂ ਸ਼ੁਰੂ ਹੋਈ ਆ ਗੱਲ ਇਹ, ਤੇ ਬਚਪਨ ਤੇ ਚੱਲ ਰਹੀ ਆ ਵਾਰਤਾਲਾਪ ਜੀ। ਦਰਸ਼ਨ ਸਿੰਘ ਜੀ, ਕੀ ਅਸੀਂ ਬੱਚਿਆਂ ਦੀ ਨੀਂਦ ਵੀ ਖੋਲੀ? ਬਿਲਕੁਲ ਜੀ, ਅਸੀਂ ਬੱਚਿਆਂ ਦੀ ਨੀਂਦ ਖੋਣ ਦੇ ਜ਼ਿੰਮੇਵਾਰ ਵੀ ਅਸੀਂ ਆਪ ਹੈ ਜੀ। ਜਦੋਂ ਅਸੀਂ ਕਹਿੰਦੇ ਆ ਕਿ ਸਾਡੇ ਬੱਚੇ ਪ੍ਰੋਪਰ ਸਹੀ ਢੰਗ ਨਾਲ ਨੀਂਦ ਨਹੀਂ ਲੈ ਰਹੇ, ਉਹੀ ਕਾਰਨ ਹੈ ਕਿ ਬੱਚੇ ਸਾਡੇ ਬਿਮਾਰ ਹੁੰਦੇ ਜਾ ਰਹੇ ਨੇ। ਉਹਨਾਂ ਦਾ ਜੋ ਪਰਵਰਿਸ਼ ਚੰਗੀ ਢੰਗ ਨਾਲ ਉਹ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ ਜੀ। ਨੀਂਦ ਚੰਗੀ ਆਉਣ ਦੇ ਪਿੱਛੇ ਵੀ ਇਹ ਸੀ ਕਿ ਉਹਨੂੰ ਚੰਗੀਆਂ ਕਦਰਾਂ ਕੀਮਤਾਂ ਦੇਣੀਆਂ, ਜੀਵਨ ਮੁੱਲਾਂ ਦੇ ਨਾਲ ਸੋਝੀ ਪ੍ਰਦਾਨ ਕਰਨੀ। ਬਾਤ ਸੁਣਦੇ ਬੱਚੇ ਸੌਂਦੇ ਸੀਗੇ। ਬਿਲਕੁਲ ਜੀ, ਬਿਲਕੁਲ। ਸਾਖੀਆਂ ਸੁਣਾਉਂਦੇ ਸੀ, ਸਾਖੀਆਂ ਗੁਰੂ ਸਾਹਿਬਾਨ ਦੀ ਸਾਖੀਆਂ ਸੁਣਾਉਂਦੇ ਸੀ। ਸਿੱਖ ਇਤਿਹਾਸ ਨਾਲ ਉਹ ਵੀ ਤੋੜਤਾ। ਬਿਲਕੁਲ ਜੀ, ਬਿਲਕੁਲ। ਇੰਨੀਆਂ ਦਿਲਚਸਪ ਸਾਖੀਆਂ ਹੁੰਦੀਆਂ ਸੀ। ਉਹ ਜਿਹੜੀਆਂ ਸਾਖੀਆਂ ਹੁੰਦੀਆਂ ਸੀ, ਉਹ ਪਰੰਪਰਾ ਦੇ ਨਾਲੋਂ ਵੀ ਅਸੀਂ ਆਪਣੇ ਬੱਚੇ ਤੋੜ ਦਿੱਤੇ। ਉਹਦਾ ਕਾਰਨ ਇਹੀ ਹੈ ਕਿ ਜਿਹੜਾ ਸਾਡਾ ਬੱਚਿਆਂ ਦਾ ਭਵਿੱਖ ਹੈ ਉਹ ਕੇਵਲ ਤੇ ਕੇਵਲ, ਜਿਹੜੇ ਹਿਸਾਬ ਨਾਲ ਆਪਾਂ ਗੱਲਾਂ ਕਰ ਰਹੇ ਹਾਂ ਨਾ, ਮੈਨੂੰ ਤਾਂ ਸਭ ਤੋਂ ਵੱਡਾ ਦੁਸ਼ਮਣ ਲੱਗ ਰਿਹਾ ਫੋਨ ਜੀ। ਕਿਉਂਕਿ ਨਾ ਤਾਂ ਅਸੀਂ ਫੋਨ ਦੇ ਵਿੱਚ ਕੀ ਕਾਰਟੂਨ ਦੇਖ ਕੇ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਫੋਨ ਟੈਲੀਵਿਜ਼ਨ ਦੇ ਵਿੱਚ ਵੀ ਕਾਰਟੂਨ ਦੇਖ ਕੇ ਨਾ, ਮੇਰੇ ਭਤੀਜੇ ਭਤੀਜੀਆਂ ਵਿੱਚੋਂ ਕਈ ਹੈ ਨਾ, ਉਹ ਬੋਲਣਗੇ ਵੀ ਆਏ, ਮੰਮੀ ਮੈਂ ਤਾਂ ਇਹ ਖਾਊਂਗਾ, ਮੈਂ ਤਾਂ, ਉਹ ਬੋਲਦੇ ਕਾਰਟੂਨ ਵਾਂਗੂ। ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ। ਅਸੀਂ ਜਵਾਕਾਂ ਨੂੰ ਕਾਰਟੂਨ ਬਣਾਤਾ, ਉਹਨਾਂ ਨੂੰ ਉਹੇ ਜੀ ਚੀਜ਼ਾਂ ਵੇਖ ਕੇ, ਹੈ ਨਾ। ਉਹਦੇ ਪਿੱਛੇ ਇੱਕ ਹੋਰ ਕਾਰਨ ਹੈ ਕਿ ਤੁਸੀਂ ਦੇਖੋ ਕਿ ਕਈ ਚੈਨਲਾਂ ਨੇ ਇੰਨੇ ਖਤਰਨਾਕ ਸੀਰੀਅਲ ਨੇ ਜਿਨ੍ਹਾਂ ਦੇ ਪਿੱਛੇ ਬੱਚੇ ਲੱਗ ਕੇ ਬੱਚਿਆਂ ਨੇ ਜਾਨਾਂ ਗਵਾਈਆਂ ਨੇ। ਇਹਦਾ ਮਤਲਬ ਇਹ ਸੀ ਕਿ ਉਹ ਬੱਚਿਆਂ ਦੀ ਅਗਵਾਈ ਕਰਨ ਦੇ ਯੋਗ ਨਹੀਂ ਸਨ ਜੀ, ਤੇ ਜਿਹਦੇ ਨਾਲ ਬੱਚੇ ਸਾਡੇ ਇਸ ਪਾਸੇ ਆ ਗਏ। ਔਰ ਮੈਂ ਤੁਸੀਂ ਦੇਖੋ ਅਦਬ ਜੀ, ਮੈਂ ਹੁਣ ਇੱਕੋ ਆਪਣੀ ਪੁਸਤਕ ਦੀ ਉਦਾਹਰਨ ਵੀ ਦੇਣੀ ਚਾਹਾਂਗਾ। ਬਿਲਕੁਲ ਜੀ, ਦਿਖਾ ਦਿਓ। ਚਹਿਲ ਪਹਿਲ ਜਿਹੜੀ ਮੇਰੀ ਇਹ ਪੁਸਤਕ ਹੈ, ਹਾਂਜੀ, ਇਹ ਕਰੋਨਾ ਪੀਰੀਅਡ ਦੇ ਵਿੱਚ ਮੈਂ ਇਹ ਕਹਾਣੀ ਲਿਖੀ ਸੀ ਆਪਣੀ ਜੀ। ਔਰ ਇਸ ਚਹਿਲ ਪਹਿਲ ਦੇ ਵਿੱਚ ਇਹ ਹੈ ਕਿ ਜਿਹੜੇ ਜੰਗਲ ਦੇ ਜੀਵ ਜੰਤੂ ਨੇ ਉਹ ਇਕੱਠੇ ਹੋ ਕੇ ਸ਼ਹਿਰ ਦੇ ਵਿੱਚ ਆਉਂਦੇ ਨੇ, ਔਰ ਜਦੋਂ ਸ਼ਹਿਰ 'ਚ ਆ ਕੇ ਦੇਖਦੇ ਨੇ ਕਿ ਮਨੁੱਖ ਜਿਹੜਾ ਆਪਣੇ ਮਕਾਨਾਂ ਦੇ ਜੋ ਡੱਕਿਆ ਪਿਆ, ਦਰਵਾਜ਼ੇ ਬੰਦ ਕੀਤੇ ਪਏ ਨੇ, ਮੂੰਹ ਉਸਨੇ ਆਪਣੇ ਢਕੇ ਪਏ ਨੇ, ਤੇ ਉਹ ਹੈਰਾਨ ਨੇ ਜੀਵ ਜੰਤੂ ਕਿ ਪਿੰਜਰਿਆਂ ਵਿੱਚ ਤਾਂ ਸਾਨੂੰ ਡੱਕਦਾ ਮਨੁੱਖ, ਇਸ ਵੇਲੇ ਮਨੁੱਖ ਨੇ ਆਪਣੇ ਆਪ ਨੂੰ ਕਿਵੇਂ ਡੱਕਿਆ ਪਿਆ। ਔਰ ਫਿਰ ਪਤਾ ਲੱਗਦਾ ਪਿਆ ਇਹ ਕਰੋਨਾ ਕਰਕੇ ਹੈ। ਤਾਂ ਫਿਰ ਉਹ ਕਹਿੰਦੇ ਨੇ ਜੀਵ ਜੰਤੂ ਮਨੁੱਖ ਨੂੰ, ਹੇ ਮਨੁੱਖ, ਇਹ ਤੂੰ ਕੁਦਰਤ ਨਾਲ ਖਿਲਵਾੜ ਕੀਤਾ ਨਾ, ਇਹ ਤੈਨੂੰ ਉਸ ਚੀਜ਼ ਦਾ ਭੁਗਤਣਾ ਪਏਗਾ ਨਤੀਜਾ। ਹਵਾ ਤੂੰ ਬਰਬਾਦ ਕੀਤੀ,
ਧਰਤੀ ਦਾ ਜਿਹੜਾ ਹੈਗਾ ਤੂੰ ਉੱਥੇ ਮਲੀਨ ਕੀਤਾ ਔਰ ਤੁਸੀਂ ਜਿੰਨੀਆਂ ਸਾਡੀਆਂ ਕੁਦਰਤ ਨੇ ਦਾਤਾਂ ਬਖਸ਼ੀਆਂ ਸੀ ਉਹਨੂੰ ਤੂੰ ਮਲੀਆਂ ਮੇਟ ਕਰ ਦਿੱਤਾ, ਜਿਸ ਲਈ ਜ਼ਿੰਮੇਦਾਰ ਤੂੰ ਹੈ, ਅਸੀਂ ਨਹੀਂ ਹਾਂ। ਅਸੀਂ ਤਾਂ ਕੁਦਰਤ ਦੇ ਤੋਹਫੇ ਸੀਗੇ, ਲੇਕਿਨ ਤੂੰ ਕੀ ਕੀਤਾ, ਇਹ ਜਿਹੜੇ ਪਾਣੀ ਸੀਗੇ ਨਿਰਮਲ ਪਾਣੀ ਸੀ ਉਹ ਵੀ ਤੂੰ ਉਹਨਾਂ ਦੇ ਵਿੱਚ ਜਿਹੜਾ ਗੰਦਗੀ ਘੋਲੀ ਹੈ, ਵਾਤਾਵਰਨ ਦੇ ਵਿੱਚ ਗੰਦਗੀ ਘੋਲੀ। ਆਕਾਸ਼ ਸੀ ਜਿਹੜਾ ਓਜ਼ੋਨ ਦੀ ਪਰਤ ਸੀ ਉਹ ਵੀ ਤੂੰ ਫਾੜ ਦਿੱਤੀ ਹੈ, ਜਿਹਦੇ ਕਰਕੇ ਸੂਰਜ ਦੀਆਂ ਜ਼ਹਿਰੀਲੀਆਂ ਕਿਰਨਾਂ ਨੇ ਉਹ ਧਰਤੀ ਤੇ ਆ ਰਹੀਆਂ ਨੇ ਤੇ ਮਨੁੱਖ ਤੇ ਹਮਲੇ ਕਰ ਰਹੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜੋ ਓਜ਼ੋਨ ਦੀ ਪਰਤ ਜਿਹੜੀ ਹੋਰ ਚੌੜੀ ਗਈ ਹੁੰਦੀ ਗਈ ਤਾਂ ਸੂਰਜ ਦੀਆਂ ਜ਼ਹਿਰੀਲੀਆਂ ਕਿਰਨਾਂ ਨੇ ਆ ਕੇ ਮਨੁੱਖ ਤੇ ਹਮਲੇ ਕਰਨੇ ਨੇ ਤੇ ਜਿਹੜੀ ਪੈਦਾਇਸ਼ ਹੋਏਗੀ ਬੱਚਿਆਂ ਦੀ ਆਉਣ ਵਾਲੇ ਸਮੇਂ 'ਚ ਉਹ ਬਹੁਤ ਬੌਣੀ ਕਿਸਮ ਦੀ ਹੋਏਗੀ, ਮਨੁੱਖ ਦਾ ਵਿਕਾਸ ਖਤਮ ਹੋ ਜਾਏਗਾ। ਕਿਹੜੀਆਂ ਕਿਤਾਬਾਂ ਨੇ ਬਾਲ ਸਾਹਿਤ ਦੀਆਂ ਜਿਹੜੀਆਂ ਬੱਚਿਆਂ ਲਈ ਬਹੁਤ ਹੀ ਜ਼ਰੂਰੀ ਨੇ? ਵੈਸੇ ਤਾਂ ਸਾਰੀਆਂ ਕਿਤਾਬਾਂ ਹੀ ਜ਼ਰੂਰੀ ਨੇ, ਤੁਸੀਂ ਆਪਣੀਆਂ ਕਿਤਾਬਾਂ ਬਾਰੇ ਦੱਸੋ ਵੀ ਆਹ ਕਿਤਾਬ ਤਾਂ ਜ਼ਰੂਰ ਪੜ੍ਹਾਓ ਬੱਚਿਆਂ ਨੂੰ, ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਚੱਕਣ। ਜੀ ਮੈਂ ਸਮਝਦਾ ਜਿਵੇਂ ਆਪਾਂ ਸਾਖੀਆਂ ਦੀ ਗੱਲ ਕਰਦੇ ਸੀ ਜਾਂ ਹੋਰ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਅਨੁਵਾਦ ਬਹੁਤ ਅੱਛੀ ਕਿਤਾਬ ਮੇਰੇ ਆਈ ਸੀ, ਸੁਣੋ ਕਹਾਣੀ ਨਾਨਕ ਬਾਣੀ। ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਜੀਵਨੀ ਹੈ, ਜੋ ਉਹਨਾਂ ਦੇ ਸਿੱਖਿਆਵਾਂ ਨੇ, ਉਸ ਨੂੰ ਸਾਖੀ ਦੇ ਰੂਪ ਤੌਰ ਤੇ ਨਾਨੀ ਹੈ ਜਿਹੜੀ ਆਪਣੇ ਬੱਚਿਆਂ ਨੂੰ ਸਾਖੀ ਦੇ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਜੋਤੀ ਜੋਤ ਸਮਾਨ ਤੱਕ ਉਹਨਾਂ ਦੀ ਜਿਹੜੀ ਕਹਾਣੀ ਹੈ ਉਹ ਬਾਤਾਂ ਵਾਂਗ ਸੁਣਾਉਂਦੀ ਹੈ ਦਾਦੀ। ਔਰ ਬੱਚੇ ਕਈ ਦਿਨ ਜੁੜੇ ਰਹਿੰਦੇ ਨੇ ਇਸ ਸਾਖੀ ਦੇ ਨਾਲ। ਔਰ ਉਸ ਤਰ੍ਹਾਂ ਹੁਣ ਕੁਇਜ਼ ਮੁਕਾਬਲਾ ਮੇਰੀ ਕਿਤਾਬ ਹੈ, ਇਹਦੇ ਵਿੱਚ ਪੂਰੇ ਦਾ ਪੂਰਾ ਜਿੰਨਾ ਸਾਡਾ ਪੰਜਾਬ ਹੈ, ਪੰਜਾਬ ਦਾ ਸੱਭਿਆਚਾਰ ਹੈ, ਸਾਡੀ ਪੰਜਾਬੀ ਭਾਸ਼ਾ ਹੈ, ਸਾਡਾ ਸਾਹਿਤ ਹੈ, ਸਾਡੀ ਕਲਾ ਹੈ, ਉਹਨਾਂ ਬਾਰੇ ਮੈਂ ਇਹਦੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਕਿਤਾਬਾਂ ਤਾਂ ਮੇਰੀਆਂ ਲਗਭਗ ਇਹ ਸਾਡੇ ਪਰਿੰਦੇ ਕਿੱਥੇ ਜਾਣ, ਜਦੋਂ ਮਨੁੱਖ ਨੇ ਉਹਨਾਂ ਦੇ ਰੁੱਖੀ ਸਾੜ ਦਿੱਤੇ ਨੇ, ਆਲਣੇ ਸਾੜ ਦਿੱਤੇ ਨੇ, ਤਾਂ ਪ੍ਰਕਿਰਤੀ ਨੂੰ ਹੀ ਨਸ਼ਟ ਕਰ ਦਿੱਤਾ ਤੇ ਪੰਛੀ ਸਵਾਲ ਕਰਦੇ ਨੇ ਐ ਮਨੁੱਖ ਅਸੀਂ ਕਿੱਥੇ ਜਾਈਏ। ਇਹ ਚੰਗੀਆਂ ਆਦਤਾਂ ਦੇ ਵਿੱਚ ਇਹੀ ਹੈ ਕਿ ਨੈਤਿਕ ਕਦਰਾਂ ਕੀਮਤਾਂ ਨੇ ਜਿਹੜੀਆਂ ਅਸੀਂ ਆਪਣੇ ਬੱਚਿਆਂ ਨੂੰ ਉਹਦੇ ਨਾਲੋਂ ਦੂਰ ਕਰ ਲਿਆ। ਜੇਕਰ ਅਸੀਂ ਉਹਨਾਂ ਨੂੰ ਚੰਗੇ ਜੀਵਨ ਮੁੱਲਾਂ ਦੀ ਸੋਝੀ ਨਾ ਕਰਵਾਈ ਤਾਂ ਸਾਡੇ ਬੱਚਿਆਂ ਦਾ ਭਵਿੱਖ ਖਰਾਬ। ਇਹ ਪਹਿਲਾ ਬੈਂਚ ਦੇ ਵਿੱਚ ਇਸ ਤਰ੍ਹਾਂ ਹੈ ਕਿ ਉਹਨਾਂ ਕਮਜ਼ੋਰ ਵਿਦਿਆਰਥੀਆਂ ਵਾਸਤੇ ਜਿਹੜੇ ਪੜ੍ਹਾਈ ਦੇ ਵਿੱਚ ਪਛੜੇ ਹੋਏ ਨੇ, ਜੇਕਰ ਉਹ ਤਹੀਆ ਕਰਨ, ਹਿੰਮਤ ਕਰਨ, ਤਾਂ ਜਿਹੜਾ ਵਿਦਿਆਰਥੀ ਸਭ ਤੋਂ ਪਿੱਛੇ ਬੈਠਾ ਬੈਂਚ ਦੇ ਵਿੱਚ ਉਹ ਪਹਿਲੇ ਬੈਂਚ ਤੇ ਆ ਕੇ ਬੈਠਣ ਦੀ ਸਮਰੱਥਾ ਰੱਖ ਸਕਦਾ ਹੈ, ਤਾਕਤ ਰੱਖ ਸਕਦਾ ਹੈ। ਜੇਕਰ ਹਿੰਮਤ ਤੇ ਹੌਸਲਾ ਹੀ ਹੁੰਦਾ ਜਿਹੜਾ ਕਈ ਵਾਰੀ ਡਰ ਬੱਚੇ ਨੂੰ ਪਿੱਛੇ ਧੱਕ ਦਿੰਦਾ। ਜੇ ਤੁਸੀਂ ਹੌਸਲਾ ਹਿੰਮਤ ਪੈਦਾ ਕਰੋ, ਜੇ ਉਤਸ਼ਾਹ ਦਿਓਗੇ ਬੱਚੇ ਨੂੰ, ਕੌਨਫੀਡੈਂਸ ਆਊਗਾ ਤੇ ਪਹਿਲੇ ਬੈਂਚ ਤੇ ਆਪ ਬੈਠੂਗਾ ਉਹ। ਜੀ ਬਿਲਕੁਲ ਜੀ। ਸ਼ਾਬਾਸ਼ ਧੀਏ। ਇਹਦੇ ਚ ਇਸ ਤਰ੍ਹਾਂ ਕਿ ਜਿਹੜੀਆਂ ਧੀਆਂ ਧਿਆਣੀਆਂ ਨੂੰ ਅਸੀਂ ਕਿਹਾ ਹੋਇਆ ਕਿ ਮਤਲਬ ਇਹ ਨਹੀਂ ਕਰ ਸਕਦੀ, ਇਹ ਨਹੀਂ ਕਰ ਸਕਦੀ, ਇੰਨੀ ਊਰਜਾ ਇਹਨਾਂ ਦੇ ਵਿੱਚ ਕਿ ਜਦੋਂ ਵੱਡੇ ਕੰਮ ਕਰਦੀਆਂ ਨੇ ਤਾਂ ਮਾਂ ਨੂੰ, ਪਿਤਾ ਨੂੰ, ਸਾਰਿਆਂ ਨੂੰ ਮਾਣ ਹੁੰਦਾ ਹੈ ਕਿ ਧੀਏ ਤੂੰ ਤਾਂ ਉਹ ਕੰਮ ਕਰ ਦਿੱਤਾ ਜਿਹੜਾ ਸਾਡੇ ਅਸੀਂ ਨਹੀਂ ਕਰ ਸਕੇ, ਸਾਡਾ ਜਿਹੜਾ ਤੇਰਾ ਭਰਾ ਹੈ ਕਈ ਵਾਰ ਉਹ ਨਹੀਂ ਕਰ ਸਕਦਾ। ਆਸ਼ਟ ਜੀ ਮੇਰੇ ਕੋਲ ਸਮਾਂ ਘੱਟ ਆ, ਮੈਂ ਗੱਲਾਂ ਵੱਧ ਕਰਨੀਆਂ ਚਾਹੁੰਦਾ। ਜੀ ਜਿਹੜਾ ਬੱਚਿਆਂ ਨੂੰ ਨਾ ਕਈ ਵਾਰੀ ਨੈਗੇਟਿਵ ਆਪਾਂ ਉਹ ਕਰਦੇ ਆ ਵੀ ਤੂੰ ਤਾਂ ਇਹ ਕਰ ਨਹੀਂ ਸਕਦਾ, ਤੇਰੇ ਵੱਸ ਦੀ ਗੱਲ ਨਹੀਂ ਜੀ, ਇਹ ਗੱਲਾਂ ਕਰਨੀਆਂ ਚਾਹੀਦੀਆਂ ਨਹੀਂ। ਇਹ ਦੇਖੋ ਜੀ, ਇਹ ਕਦੇ ਵੀ ਬੱਚੇ ਨੂੰ ਨੈਗੇਟਿਵ ਸੋਚ ਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ, ਉਹਦੀ ਊਰਜਾ ਪਛਾਣਨੀ ਚਾਹੀਦੀ ਹੈ। ਔਰ ਮੈਂ ਤਾਂ ਅਦਬ ਜੀ ਇਹ ਸਮਝਦਾ ਹੈ ਕਿ ਸਾਡੇ ਮਾਤਾ ਪਿਤਾ ਜਿਹੜੇ ਵੱਡੇ ਬਜ਼ੁਰਗ ਨੇ, ਸਾਡੇ ਵੱਡੇ ਨੇ, ਉਹ ਵੀ ਸਾਡੇ ਬੱਚਿਆਂ ਵਾਸਤੇ ਬੜਾ ਮਾਹੌਲ ਹੈ ਜਿਹੜਾ ਉਹ ਡਰਾਉਣਾ ਮਾਹੌਲ ਪੇਸ਼ ਕਰ ਰਹੇ ਨੇ। ਉਰਦੂ ਦਾ ਇੱਕ ਸ਼ਾਇਰ ਹੋਇਆ राजेश रेड्डी, ਉਹਦਾ ਲਿਖਣਾ है कि मेरे दिल के किसी कोने में एक मासूम सा बच्चा बड़ों की देखकर दुनिया बड़ा होने से डरता है। ਵੱਡੇ ਬੰਦੇ ਨੇ ਮੇਰੇ ਵਾਸਤੇ ਕਿਸ ਤਰ੍ਹਾਂ ਦਾ ਸੰਸਾਰ ਸਿਰਜਿਆ ਹੋਇਆ, ਮੈਂ ਵੱਡਾ ਨਹੀਂ ਹੋਣਾ ਚਾਹੁੰਦਾ, ਮੈਨੂੰ ਬੱਚਾ ਹੀ ਰਹਿਣ ਦਿਓ, ਮੈਂ ਨਹੀਂ ਵੱਡਾ ਹੋਣਾ ਚਾਹੁੰਦਾ। ਜੇ ਮੈਂ ਵੱਡਾ ਹੋ ਗਿਆ ਤਾਂ ਮੈਂ ਤੁਹਾਡੇ ਵਰਗਾ ਬਣ ਜਾਵਾਂਗਾ, ਮੈਂ ਇਸ ਤੋਂ ਦੂਰ ਰਹਿਣਾ ਚਾਹੁੰਦਾ। ਕੀ ਇਹ ਸਹੀ ਗੱਲ ਆ ਕਿ ਜੇ ਅਸੀਂ ਬਚਪਨ ਬਚਾ ਲਿਆ ਤਾਂ ਹੀ ਭਵਿੱਖ ਬਚੂ? ਬਿਲਕੁਲ ਜੀ, ਜੇਕਰ ਸਾਡਾ ਬਚਪਨ ਬਚਿਆ ਤਾਂ ਸਾਡਾ ਮਨੁੱਖੀ ਸਮਾਜ ਬਚੇਗਾ। ਕਿਹਾ ਜਾਂਦਾ ਹੈ ਇੱਕ ਚੰਗੀ ਕਿਤਾਬ ਹੈ ਜਿਹੜੀ ਉਹ ਬੱਚੇ ਲਈ ਸਵਰਗ ਦਾ ਰਸਤਾ ਖੋਲ੍ਹ ਦਿੰਦੀ ਹੈ। ਇੱਕ ਭੈੜੀ ਕਿਤਾਬ, ਮਾੜੀ ਕਿਤਾਬ ਜੇ ਬੱਚੇ ਦੇ ਹੱਥ ਲੱਗ ਜਾਏ ਤਾਂ ਉਹਦੇ ਲਈ ਉਹ ਨਰਕ ਦਾ ਦਵਾਰ ਖੋਲ੍ਹ ਦਿੰਦੀ ਹੈ ਜੀ। ਚੰਗਾ ਸਾਹਿਤ ਬੱਚੇ ਦੀ ਅਗਵਾਈ ਕਰੇਗਾ, ਮਾੜਾ ਸਾਹਿਤ ਉਹਨੂੰ ਅਪਰਾਧਾਂ ਵਾਲੇ ਪਾਸੇ ਭੇਜੇਗਾ, ਬੁਰਾ ਇਨਸਾਨ ਬਣਾਉਣ ਲਈ ਉਧਰ ਭੇਜੇਗਾ। ਲੋੜ ਇਸ ਗੱਲ ਦੀ ਹੈ ਅਦਬ ਜੀ ਕਿ ਜੇਕਰ ਅਸੀਂ ਆਪਣੇ ਬੱਚਿਆਂ ਦੀ ਚਾਹੁੰਦੇ ਹਾਂ ਕਿ ਸਹੀ ਨਾਗਰਿਕ ਬਣੇ ਜੀ, ਜੇ ਉਹ ਦੇਸ਼ ਦਾ ਸਾਡੇ ਜਿਹੜਾ ਭਾਰ ਹੈ ਆਪਣੇ ਮੋਢਿਆਂ ਦੇ ਉੱਪਰ ਰੱਖਣ ਦੀ ਤਾਕਤ ਰੱਖ ਸਕਦਾ ਹੈ, ਉਹਨੂੰ ਚੰਗਾ ਸਾਹਿਤ ਹੈ ਜਿਹੜਾ ਉਹ ਹੀ ਆਪਣਾ ਦੇ ਸਕਦਾ ਜੀ। ਕੀ ਇਹ ਵੀ ਗੱਲ ਸਹੀ ਹੈ ਕਿ ਬੱਚਿਆਂ ਦੇ ਹੱਥ ਚੋਂ ਹੁਣ ਫੋਨ ਖੋਹ ਕੇ ਕਿਤਾਬ ਦੇਣ ਦੀ ਵਾਰੀ ਆ ਗਈ ਆ? ਬਿਲਕੁਲ, ਮੈਂ ਇਸ ਗੱਲ ਨਾਲ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਜੀ। ਇਸ ਵੇਲੇ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਹੈ, ਖਾਸ ਕਰਕੇ ਪੰਜਾਬੀ ਭਾਸ਼ਾ ਜੀ, ਦੁਨੀਆ ਦੇ ਵਿੱਚ 150 ਮੁਲਕਾਂ ਦੇ ਵਿੱਚ ਇਸ ਵੇਲੇ 15 ਕਰੋੜ ਜਿਹੜੇ ਪੰਜਾਬੀ ਨੇ ਉਹ ਵਸ ਰਹੇ ਨੇ।
ਜੀ। ਆ ਹੁਣੀ ਤੁਸੀਂ ਦੇਖੋ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਸ਼ਾ ਆਸਟ੍ਰੇਲੀਆ ਦੀਆਂ ਪਹਿਲੀਆਂ 5 ਭਾਸ਼ਾਵਾਂ ਦੇ ਵਿੱਚ ਸ਼ਾਮਲ ਹੋ ਗਈ ਹੈ ਜੀ ਕੈਨੇਡਾ ਦੇ ਵਿੱਚ ਮਿੰਨੀ ਪੰਜਾਬ ਵਸਿਆ ਹੋਇਆ ਹੈ ਜੀ। ਸਿੰਗਾਪੁਰ ਦੀ ਗੱਲ ਕਰੋ ਜਾਂ ਤੁਸੀਂ ਕਿਹੜੇ ਮੁਲਕ ਦੀ ਗੱਲ ਕਰੋ ਜਿੱਥੇ ਸਾਡੇ ਪੰਜਾਬੀ ਨਹੀਂ ਵਸਿਓ। ਜਾਂਦੇ ਜਾਂਦੇ ਇੱਕ ਆਖਰੀ ਸੁਨੇਹਾ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਕਿ ਜੇਕਰ ਅਸੀਂ ਆਪਣੇ ਪੰਜਾਬ ਦੀ ਪੀੜ੍ਹੀ ਨੂੰ ਬਚਾਉਣਾ ਹੈ, ਜੇਕਰ ਅਸੀਂ ਆਪਣੇ ਪੰਜਾਬੀਆਂ ਨੇ ਆਪਣੀ ਪੰਜਾਬ ਰੂਪੀ ਜਿਹੜੀ ਸਾਡੇ ਬੱਚਿਆਂ ਦੀ ਜਿਹੜੀ ਫੁੱਲ ਨੇ ਜਿਹੜੇ ਇਹ ਮੈਂ ਸਮਝਦਾ ਕਿ ਬੜੇ ਖੂਬਸੂਰਤ ਫੁੱਲ ਨੇ, ਜੀ ਜੀ। ਕੋਮਲ ਫੁੱਲ ਨੇ, ਇਹਨਾਂ ਦੀ ਖੁਸ਼ਬੂ ਹੈ ਜਿਹੜੀ ਕਾਇਮ ਇਹ ਰੱਖਣੀ ਸੰਸਾਰ ਨੂੰ ਜੇਕਰ ਅਸੀਂ ਕਾਇਮ ਰੱਖਣੀ ਹੈ, ਇਹਨਾਂ ਨੂੰ ਇਸ ਤਰ੍ਹਾਂ ਦਾ ਮਾਹੌਲ ਅੱਛਾ ਮਾਹੌਲ ਦਈਏ, ਇਸ ਤਰ੍ਹਾਂ ਦੇ ਅਸੀਂ ਇਹਨਾਂ ਦੇ ਲਈ ਵਾਤਾਵਰਨ ਪੈਦਾ ਕਰੀਏ ਕਿ ਜਿਹਦੇ ਵਿੱਚ ਬੱਚੇ ਕਹਿਣ ਕਿ ਵਾਹ ਇਹ ਤੇ ਸਾਡਾ ਆਪਣਾ ਸਮਾਜ ਹੈ, ਵਾਹ ਇਹ ਕਿਤਾਬ ਤੇ ਮੇਰੀ ਆਪਣੀ ਹੈ, ਇਹਦੇ ਵਿੱਚ ਤਾਂ ਮੇਰੀਆਂ ਆਪਣੀਆਂ ਗੱਲਾਂ ਨੇ। ਬਿਲਕੁਲ। ਬੱਚਾ ਇਹ ਨਾ ਹੋਵੇ ਕਿ ਬੱਚਾ ਤੁਹਾਡੀ ਕਿਤਾਬਾਂ ਦੇ ਵਿੱਚ ਜੇ ਕੋਈ ਰਸ ਨਹੀਂ, ਜੇ ਤੁਹਾਡੀਆਂ ਕਿਤਾਬਾਂ ਦੇ ਵਿੱਚ ਕੋਈ ਦਿਲਚਸਪੀ ਨਹੀਂ, ਬੱਚਾ ਤੁਹਾਡੀ ਕਿਤਾਬ ਨੂੰ ਪਾਸੇ ਸੁੱਟ ਕੇ ਉਹ ਖੇਡਣ ਲਈ ਚਲਾ ਜਾਵੇ, ਫੋਨ ਚੱਕ ਲੇ, ਫਿਰ ਫੋਨ ਚੱਕ ਲੇ। ਸੋ ਉਸ ਤਰ੍ਹਾਂ ਦੇ ਮਾਹੌਲ ਤੋਂ ਬਚਾਉਣ ਵਾਸਤੇ ਜ਼ਰੂਰਤ ਇਸ ਤਰ੍ਹਾਂ ਹੈ ਕਿ ਚੰਗਾ ਮਾਹੌਲ ਅਸੀਂ ਆਪਣੇ ਬਹੁਤ ਸੋਹਣੀਆਂ ਗੱਲਾਂ ਸੀ, ਗੱਲਾਂ ਤਾਂ ਬਹੁਤ ਸੀ ਕਰਨੀਆਂ ਸੀ ਪਰ ਸਰ ਸਮਾਂ ਕਹਿੰਦਾ ਹੁੰਦਾ ਨਾ ਵਕਤ, ਜੀ ਜੀ ਤੇ ਵਕਤ ਪੂਰਾ ਹੋ ਗਿਆ, ਅੰਜਾਮ ਵੱਲ ਵਧ ਰਹੇ ਆ। ਸੋ ਤੁਸੀਂ ਅੱਜ ਸਾਡੇ ਵਿਹੜੇ ਆਏ ਸਾਹਿਤ ਦੀ ਤੰਦ ਵਿੱਚ, ਸਾਹਿਤਕ ਤੰਦਾਂ ਪ੍ਰੋਗਰਾਮ ਵਿੱਚ ਸਾਹਿਤ ਦੀ ਤੰਦ ਪਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਦਬ ਜੀ, ਸਾਹਿਤਕ ਤੰਦਾਂ ਦੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ ਦਰਸ਼ਨ ਸਿੰਘ ਆਸ਼ਟ ਜੀ, ਬਾਲ ਸਾਹਿਤਕਾਰ। ਸੋ ਕਿਵੇਂ ਲੱਗਿਆ ਪ੍ਰੋਗਰਾਮ? ਤੁਸੀਂ ਸਾਨੂੰ info@justbroadcasting.com ਤੇ ਸੁਨੇਹਾ ਭੇਜ ਕੇ ਜਰੂਰ ਦੱਸਿਓ, ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੇਖੋਗੇ। ਸੋ ਬੱਚਿਆਂ ਨੂੰ ਬਚਾਓ, ਭਵਿੱਖ ਬਚਾਓ, ਬੱਚਿਆਂ ਦੇ ਹੱਥ 'ਚ ਕਿਤਾਬ ਫੜਾਓ, ਬੱਚਿਆਂ ਦੇ ਨਾਲ ਖੁਦ ਗੱਲਾਂ ਬਾਤਾਂ ਕਰੋ। ਫੋਨ ਫੜਾ ਕੇ ਨਹੀਂ ਸਰਨਾ, ਤੁਸੀਂ ਤਾਂ ਵਿਹਲੇ ਮਤਲਬ ਵੀ ਬੱਚੇ ਨੂੰ ਲਾਲਚ ਲਾ ਕੇ ਆਪਦੇ ਕੰਮ ਧੰਦਿਆਂ 'ਚ ਬਿਜ਼ੀ ਹੋ ਜਾਂਦੇ ਹੋ, ਪਰ ਬੱਚਾ ਜਿਹੜਾ ਬੋਲ ਨਹੀਂ ਰਿਹਾ 3-3 4-4 ਸਾਲਾਂ ਤੱਕ ਨਹੀਂ ਬੋਲ ਰਿਹਾ ਬੱਚਾ, ਜੇ ਤੁਹਾਡੇ ਨਾਲ ਕੋਈ ਗੱਲ ਕਰਨ ਵਾਲਾ ਹੋਊਗਾ ਫੇਰ ਹੀ ਬੋਲੂਗਾ। ਬਾਤਾਂ ਸੁਣਾਓ, ਕਹਾਣੀਆਂ ਸੁਣਾਓ ਦਾਦੀ ਨਾਨੀ ਵਾਲੀਆਂ, ਸੋ ਜਾਂ ਕਿਤਾਬਾਂ ਪੜ੍ਹਾਓ, ਹੈ ਨਾ। ਸੋ ਅੱਜ ਦੇ ਲਈ ਫਿਲਹਾਲ ਇੰਨਾ ਹੀ। ਤੁਸੀਂ ਜੁੜੇ ਰਹੋ ਜਸ ਪੰਜਾਬੀ ਦੇ ਨਾਲ ਤੇ ਸਾਹਿਤ ਦੇ ਨਾਲ। ਆਪਣਾ ਰੱਖੋ ਖਿਆਲ, ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।